दरबार साहब कीर्तन करते रहे हैं। ਹੁਣ ਇਹਨਾਂ ਨੇ ਪੂਰੀ ਵੀਕ ਕਰਨਾ। ਉਸ ਤੋਂ ਬਾਅਦ ਆਪਣੇ ਕੋਲ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹ ਵੀ ਆਏ ਹੋਏ ਨੇ। ਸੋ ਬਹੁਤ ਵਧੀਆ ਅੱਗੇ ਵਿਸਾਖੀ ਤੱਕ ਸਾਰਾ ਹੀ ਪ੍ਰੋਗਰਾਮ ਹੈ। ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਵੱਧ ਤੋਂ ਵੱਧ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਪਣੇ ਇਸ ਗੁਰਦੁਆਰਾ ਸਾਹਿਬ ਵਿਖੇ 23 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਅੰਮ੍ਰਿਤ ਵਿਲਾਖੀ ਸੱਜਣ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਜ਼ਰੂਰ ਅੰਮ੍ਰਿਤ ਛਕੋ, ਜ਼ਰੂਰ ਗੁਰੂ ਵਾਲੇ ਬਣੋ। ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਹੋਵੇ 23 ਅਪ੍ਰੈਲ ਨੂੰ 10 ਵਜੇ 2 ਨੰਬਰ ਹਾਲ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ, ਆਓ ਸੰਗਤਾਂ ਨੂੰ 1 ਘੰਟੇ ਵਾਸਤੇ ਪੰਥ ਪ੍ਰਕਾਸ਼ ਦੀ ਜੋ ਲੜੀਵਾਰ ਕਥਾ ਆਰੰਭ ਹੋਈ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੋ ਜਾਣੇ ਕੋ ਏ ਸਿਪਾਹੀ, ਮਾਲ ਲਿਆਏ ਕਰ ਉਗਰਾਹੀ। ਕੋ ਜਾਣੇ ਕੋ ਏ ਸਿਪਾਹੀ, ਮਾਲ ਲਿਆਏ ਕਰ ਉਗਰਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਸ਼ਬਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਰਹਿਮਤ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ।
ਜਿਸ ਤਰ੍ਹਾਂ ਆਪ ਜੀ ਨੇ ਦਾਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਹੋਣਾ ਪਾਸੋਂ ਅੱਜ ਦੇ ਦਿਨ ਬਾਰੇ ਸਰਵਣ ਕੀਤਾ। ਖਾਲਸਾ ਜੀ ਅੱਜ ਦੇ ਦਿਨ ਕੇਵਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ, ਬਲਕਿ ਸਾਡੇ ਸਿੱਖ ਵਿਦਵਾਨਾਂ ਨੇ ਇਹ ਕਿਹਾ ਵੀ ਚਿਖਾ ਦੇ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਾਲ ਪੰਜਾਬੀਆਂ ਦੀ ਤਕਦੀਰ ਵੀ ਸੜ ਗਈ। ਪਰ ਵੇਖੋ, ਐਸਾ ਹਲੀਮੀ ਰਾਜ ਉਸ ਵਕਤ ਖਾਲਸਾ ਪੰਥ ਦੇ ਜਰਨੈਲਾਂ ਨੇ ਕਾਇਮ ਕੀਤਾ ਸੀ ਕਿ ਅੱਜ ਸਾਡੇ ਨੌਜਵਾਨ ਜਾਂ ਆਪਾਂ ਵੀ ਇਹਨਾਂ ਦੇਸ਼ਾਂ ਵਿੱਚ ਵਿਚਰਦੇ ਹਾਂ। ਪਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਸ਼ੇਰੇ ਪੰਜਾਬ ਦੇ ਰਾਜ ਦੇ ਸਮੇਂ ਉਧਰ ਦੇ 1 ਰੁਪਈਏ ਤੇ ਇੱਧਰ ਦੇ $11 ਤੇ 18 ਪਾਉਂਡ ਬਣਦੇ ਸਨ। ਖਾਲਸਾ ਜੀ ਐਸਾ ਵੱਡਾ ਰਾਜ ਸੀ ਵੀ ਅੱਜ ਇੱਧਰ ਦਾ 1 ਪਾਉਂਡ ਭਾਰਤ ਵਿੱਚ ਜਾ ਕੇ 100 ਰੁਪਏ ਬਣਦੇ ਨੇ, $1 ਉਧਰ ਜਾ ਕਰਕੇ 68 ਰੁਪਈਏ ਬਣਦੇ ਆ। ਪਰ ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖਾਲਸਾ ਜੀ ਉਧਰ ਦਾ 1 ਰੁਪਈਆ ਤੇ ਇੱਧਰ ਦੇ $11 ਤੇ 18 ਪਾਉਂਡ ਬਣਦੇ ਸੀ। ਐਸਾ ਵੱਡਾ ਰਾਜ ਸੀ। ਤੇ ਜਿਸ ਤਰ੍ਹਾਂ ਅੱਜ ਪੰਜਾਬੀ ਇਹਨਾਂ ਦੇਸ਼ਾਂ ਵਿੱਚ ਕੰਮ ਕਰਨ ਲਈ ਆਉਂਦੇ ਨੇ, ਸਮਾਂ ਸੀ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਗੋਰੇ ਜਾ ਕਰਕੇ ਖਾਲਸਾ ਰਾਜ ਦੇ ਵਿੱਚ ਜਾ ਕੇ ਕੰਮ ਕਰਦੇ ਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਅੰਗਰੇਜ਼ ਜਰਨੈਲ ਵੀ ਸਨ, ਜਨਰਲ ਵੈਂਤੂਰਾ ਤੇ ਜਨਰਲ ਇਡਲੌਡ, ਜਿਨ੍ਹਾਂ ਨੇ ਖਾਲਸਾ ਜੀ ਚਲਾਕੀਆਂ ਵੀ ਕੀਤੀਆਂ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੂੰ ਧੋਖੇ ਦੇ ਨਾਲ ਸ਼ਹੀਦ ਵੀ ਕਰਵਾ ਦਿੱਤਾ। ਤੇ ਇਹ ਵੀ ਇਤਿਹਾਸ ਵਿੱਚ ਜਦੋਂ ਆਪਾਂ ਪੜਾਂਗੇ ਤੇ ਸਾਨੂੰ ਪਤਾ ਲੱਗੇਗਾ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸਥਾਪਿਤ ਹੋਇਆ ਉਹਦੇ ਥੰਬ ਵੀ ਸਨ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਤੇ ਜਰਨੈਲ ਹਰੀ ਸਿੰਘ ਨਲੂਆ ਅਤੇ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ, ਇਹ 3 ਥੰਬ ਸਨ ਖਾਲਸਾ ਪੰਥ ਦੇ ਰਾਜ ਦੇ। ਤੇ ਇਸ ਸਰਕਾਰ ਨੇ ਪਹਿਲਾਂ ਉਹਨਾਂ ਥੰਬਾਂ ਨੂੰ ਡੇਗਿਆ। ਬਸ ਜਦੋਂ ਥੰਬ ਗਿਰ ਗਏ ਨਾਲ ਹੀ ਖਾਲਸਾ ਰਾਜ ਵੀ ਗਿਰਿਆ। ਪਰ ਫਿਰ ਵੀ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਕਿ ਜਿਸ ਭਾਰਤ ਨੂੰ, ਜਿਸ ਪੂਰੀ ਦੁਨੀਆ ਨੂੰ ਜਿਸ ਸਰਕਾਰ ਨੇ ਜਿੱਤਿਆ ਸੀ, ਜਦੋਂ ਖਾਲਸੇ ਰਾਜ ਵੱਲ ਮੂੰਹ ਕੀਤਾ ਤੇ ਬਹੁਤ ਵੱਡਾ ਸਮਾਂ ਤੇ ਬਹੁਤ ਵੱਡੀ ਤਾਕਤ ਤੋਂ ਬਾਅਦ ਜਾ ਕਰਕੇ ਪੰਜਾਬ ਤੇ ਕਬਜ਼ਾ ਹੋਇਆ। ਪਰ ਖਾਲਸਾ ਜੀ ਫਿਰ ਵੀ ਸਤਿਗੁਰੂ ਦੀ ਕਿਰਪਾ ਤੇ ਰਹਿਮਤ ਹੈ ਵੀ ਜਿਨ੍ਹਾਂ ਦਾ ਰਾਜ ਬ੍ਰਿਟਿਸ਼ ਸਰਕਾਰ ਨੇ ਖਤਮ ਕੀਤਾ, ਉਹਨਾਂ ਦੇ ਅੱਜ ਝੰਡੇ ਨਹੀਂ ਝੁਲਦੇ, ਉਹਨਾਂ ਦੇ ਨਿਸ਼ਾਨ ਨਹੀਂ ਝੁਲਦੇ। ਜਿਨ੍ਹਾਂ ਰਾਜਿਆਂ ਦੇ ਰਾਜ ਬ੍ਰਿਟਿਸ਼ ਸਰਕਾਰ ਨੇ ਖਤਮ ਕੀਤੇ, ਉਹਨਾਂ ਰਾਜਿਆਂ ਦੀਆਂ ਫੌਜਾਂ ਨਜ਼ਰ ਨਹੀਂ ਆਉਂਦੀਆਂ, ਉਹਨਾਂ ਰਾਜਿਆਂ ਦੇ ਅੰਸ਼ਜ ਨਜ਼ਰ ਨਹੀਂ ਆਉਂਦੇ। ਪਰ ਬ੍ਰਿਟਿਸ਼ ਸਰਕਾਰ ਨੇ ਖਾਲਸੇ ਨਾਲ ਮੱਥਾ ਲਾਇਆ, ਪਰ ਖਾਲਸੇ ਦੇ ਨਿਸ਼ਾਨ ਅੱਜ ਵੀ ਦੁਨੀਆ ਭਰ ਵਿੱਚ ਝੁਲਦੇ ਨੇ। ਤੇ ਖਾਲਸਾ ਪੰਥ ਦੀਆਂ ਫੌਜਾਂ ਅੱਜ ਵੀ ਗੁਰੂ ਘਰਾਂ ਦੇ ਵਿੱਚ ਨਗਾਰੇ ਤੇ ਚੋਟਾ ਲਾਉਂਦੀਆਂ। ਸੋ ਜਿੱਥੇ ਇੱਕ ਨੈਗੇਟਿਵ ਪੱਖ ਹੁੰਦਾ ਹੈ, ਉੱਥੇ ਇੱਕ ਪੋਜ਼ਿਟਿਵ ਪੱਖ ਜ਼ਰੂਰ ਹੁੰਦਾ ਹੈ। ਇਹ ਨੈਗੇਟਿਵ ਪੱਖ ਸੀ ਵੀ ਸਾਡੇ ਆਪਦਿਆਂ ਦੀ ਗਦਾਰੀਆਂ ਦੇ ਨਾਲ ਰਾਜ ਖਤਮ ਹੋਇਆ। ਪਰ ਪੋਜ਼ਿਟਿਵ ਪੱਖ ਇਹ ਵੀ ਹੈ ਵੀ ਇਸ ਨੂੰ ਖਤਮ ਕਰਨ ਦੇ ਜ਼ੋਰ ਤਾਂ ਬਹੁਤ ਲੱਗਦੇ ਆ, ਪਰ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਪੰਥ ਦੀ ਚੜ੍ਹਤ ਦਿਨੋਂ ਦਿਨ ਹੁੰਦੀ ਹੈ, ਕਦੇ ਘਟਦੀ ਨਹੀਂ, ਵੱਧਦੀ ਹੀ ਜਾਂਦੀ ਹੈ। ਪਰ ਫਿਰ ਵੀ ਸਾਨੂੰ ਅੱਜ ਆਪਣੇ ਬੱਚਿਆਂ ਦੇ ਅੰਦਰ ਜੋ ਸਾਡੇ ਪੂਰਵਜਾਂ ਦਾ ਦਾਵਾ ਸੀ ਨਾ, ਹਮ ਰਾਖਤ ਪਾਤਸ਼ਾਹੀ ਦਾਵਾ, ਜੋ ਪਾਤਸ਼ਾਹੀ ਦਾ ਦਾਵਾ ਸਾਡੇ ਬਜ਼ੁਰਗਾਂ ਨੇ ਰੱਖਿਆ, ਉਸ ਪਾਤਸ਼ਾਹੀ ਦਾਅਵੇ ਨੂੰ ਆਪਣੇ ਬੱਚਿਆਂ ਦੇ ਅੰਦਰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਕਿਉਂਕਿ ਕਿੱਡਾ ਕਿ ਯੋਧਾ ਹਰੀ ਸਿੰਘ ਨਲੂਆ ਹੋਵੇਗਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਸਿੱਖ ਫੌਜਾਂ ਕਿਲੇ ਦੇ ਬੂਹੇ ਦੇ ਬਾਹਰ ਕੇਵਲ ਹਰੀ ਸਿੰਘ ਨਲੂਏ ਦਾ ਕਸ਼ਹਿਰਾ ਧੋ ਕਰਕੇ ਸੁੱਕਣੇ ਪਾਉਂਦੇ ਸੀ। ਤੇ ਖਾਲਸਾ ਜੀ ਫੌਜਾਂ ਦੀ ਹਿੰਮਤ ਨਹੀਂ ਹੋਈ ਵੀ ਅਗਾਂਹ ਵੱਧ ਕੇ ਹਮਲਾ ਕਰ ਦਈਏ, ਕਿਉਂਕਿ ਮਨ ਵਿੱਚ ਡਰ ਸੀ ਕਿ ਜੇ ਹਰੀ ਸਿੰਘ ਨਲੂਏ ਦੇ ਵਸਤਰ ਹਜੇ ਤੱਕ ਗਿੱਲੇ ਹੋਣ ਤੋਂ ਬਾਅਦ ਸੁੱਕ ਰਹੇ ਨੇ, ਹੋਵੇ ਨਾ ਕਿਤੇ ਹਰੀ ਸਿੰਘ ਨਲੂਆ ਜਿਉਂਦਾ ਹੀ ਹੋਵੇ।
ਤੇ ਜਿਸ ਸਿੱਖ ਦੇ ਕੱਪੜਿਆਂ ਦਾ ਇੰਨਾ ਡਰ ਹੋਵੇਗਾ, ਉਸ ਸਿੱਖ ਦਾ ਕਿੱਡਾ ਵੱਡਾ ਡਰ ਦੁਸ਼ਮਣ ਦੇ ਦਿਲ ਵਿੱਚ ਹੋਵੇਗਾ। ਪਰ ਉਹ ਡਰ ਤਾਂ ਹੁੰਦਾ ਹੈ ਜੇ ਜੀਵਨ ਹਰੀ ਸਿੰਘ ਨਲੂਏ ਵਰਗਾ ਹੋਵੇ, ਕਰੈਕਟਰ ਹਰੀ ਸਿੰਘ ਨਲੂਏ ਵਰਗਾ ਹੋਵੇ, ਵੀ ਜਿਹਦੇ ਸਾਹਮਣੇ ਹੂਰਾਂ ਵਰਗੀ ਬੇਗਮ ਵੀ ਜਾਵੇ ਪਰ ਫਿਰ ਵੀ ਹਰੀ ਸਿੰਘ ਨਲੂਆ ਡੋਲੇ ਨਾ, ਤੇ ਹਰੀ ਸਿੰਘ ਨਲੂਏ ਨੂੰ ਉਹ ਬੇਗਮ ਕਵੇ ਕਿ ਮੈਂ ਤੇਰੇ ਤੋਂ ਤੇਰੇ ਵਰਗਾ ਪੁੱਤਰ ਚਾਹੁੰਦੀ ਆ। ਤੇ ਹਰੀ ਸਿੰਘ ਨਲੂਏ ਨੇ ਬਚਨ ਕੀਤਾ ਕਿ ਬੀਬਾ, ਜੇ ਸੂਰਮਾ ਪੁੱਤਰ ਚਾਹੀਦਾ ਸੂਰਮਿਆਂ ਦੀ ਕਹਾਣੀਆਂ ਸੁਣਿਆ ਕਰ, ਜੇ ਸੰਤ ਚਾਹੀਦਾ ਸੰਤਾਂ ਦੀਆਂ ਕਹਾਣੀਆਂ ਸੁਣਿਆ ਕਰ। ਉਹ ਕਹਿਣ ਲੱਗੀ, ਤੂੰ ਸਮਝਿਆ ਨਹੀਂ, ਮੈਂ ਤੇਰੇ ਵਰਗਾ ਪੁੱਤਰ ਤੇਰੇ ਤੋਂ ਚਾਹੁੰਦੀ ਆ। ਉਹਦੇ ਅੰਦਰ ਵਾਸ਼ਨਾ ਸੀ। ਤੇ ਹਰੀ ਸਿੰਘ ਨਲੂਏ ਨੇ ਫਿਰ ਬਚਨ ਕੀਤਾ ਉਸ ਬਹਾਦਰ ਜਰਨੈਲ ਨੇ ਕਿ ਮਾਂ, ਮੇਰੇ ਵਰਗਾ ਤੇ ਫਿਰ ਸੂਰਮਾ ਮੈਂ ਹੀ ਆ। ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਆ। ਤੇ ਖਾਲਸਾ ਜੀ ਉਸ ਬੀਬੀ ਨੇ ਵੀ ਕਿਹਾ ਸੀ ਕਿ ਅੱਜ ਮੈਨੂੰ ਪਤਾ ਲੱਗ ਗਿਆ ਵੀ ਸਿੱਖ ਮਰਦੇ ਕਿਉਂ ਨਹੀਂ, ਜਦੋਂ ਤੱਕ ਇਹਨਾਂ ਦਾ ਆਚਰਣ ਉੱਚਾ ਹੈ, ਇਹਨਾਂ ਦਾ ਆਚਾਰ, ਇਹਨਾਂ ਦੇ ਵਿਚਾਰ ਉੱਚੇ ਨੇ, ਇਹਨਾਂ ਨੂੰ ਕੋਈ ਮਾਰਨ ਵਾਲਾ ਜੰਮ ਹੀ ਨਹੀਂ ਸਕਦਾ। ਬਸ ਸਿੱਖ ਗੁਰੂ ਦੀ ਦੱਸੀ ਰਹਿਤ ਤੇ ਚੱਲਣ ਲੱਗ ਜਾਵੇ, ਇਹ ਰਾਜ ਭਾਗ ਕੋਈ ਬਹੁਤੀ ਵੱਡੀ ਗੱਲ ਨਹੀਂ ਖਾਲਸੇ ਲਈ। ਕਿਉਂਕਿ ਸਾਡੇ ਜਰਨੈਲਾਂ ਨੇ ਤੇ ਦਿੱਲੀ ਦਾ ਕਿਲਾ ਜਿੱਤ ਕੇ ਵੀ ਕਿਹਾ ਸੀ ਵੀ ਦਿੱਲੀ ਨੂੰ ਜਿੱਤਣਾ ਇਸ ਤਰ੍ਹਾਂ ਜਿਵੇਂ ਖਾਲਸੇ ਨੇ ਬਿੱਲੀ ਮਾਰੀ ਹੋਵੇ। ਪਰ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਬਹੁਤ ਬਾ ਕਮਾਲ ਹੈ। ਮਹਾਰਾਜ ਨੂੰ ਪੁੱਛਿਆ ਵੀ ਰਾਜ ਕਦੋਂ ਮਿਲਦਾ? ਕਲਗੀਆਂ ਵਾਲੇ ਕਹਿੰਦੇ ਸਿੱਖਾਂ ਨੂੰ ਰਾਜ ਮੰਗਣ ਦੀ ਲੋੜ ਨਹੀਂ। ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੁਸੀਂ ਖਾਲਸੇ ਬਣ ਜਾਓ। ਕਲਗੀਆਂ ਵਾਲੇ ਨੇ ਰਾਜ ਝੋਲੀ ਵਿੱਚ ਪਾ ਦੇਣਾ, ਪਰ ਜਦੋਂ ਤੱਕ ਖਾਲਸੇ ਨਹੀਂ ਬਣਾਂਗੇ ਉਦੋਂ ਤੱਕ ਦਰ-ਦਰ ਭਟਕਾਂਗੇ, ਰਾਜ ਮੰਗਾਂਗੇ, ਰਾਜ ਨਹੀਂ ਮਿਲਣਾ। ਰਾਜ ਕੇਵਲ ਤੇ ਕੇਵਲ ਕਲਗੀਆਂ ਵਾਲੇ ਦੇ ਦਰੋਂ ਘਰੋਂ ਮਿਲਣਾ, ਕੋਈ ਦੂਜਾ ਦੇ ਨਹੀਂ ਸਕਦਾ। ਅਕਾਲੀ ਫੂਲਾ ਸਿੰਘ ਜੀ ਖਾਲਸੇ ਸਨ, ਹਰੀ ਸਿੰਘ ਨਲੂਆ ਖਾਲਸਾ ਸੀ। ਖਾਲਸਾ ਜੀ ਬਾਬਾ ਜੱਸਾ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜੀਆ, ਉਹ ਖਾਲਸੇ ਸਨ, ਉਹਨਾਂ ਨੂੰ ਰਾਜ ਮਿਲਿਆ। ਸੋ ਅੱਜ ਆਪਾਂ ਸਾਰੇ ਯਤਨ ਕਰੀਏ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਖਾਲਸਾ ਪੰਥ ਦੇ ਸਿਧਾਂਤਾਂ ਤੋਂ ਜਾਣੂ ਕਰਾਈਏ, ਬਾਣੀ ਬਾਣੇ ਦੇ ਧਾਰਨੇ ਕਰੀਏ ਤੇ ਖਾਲਸੇ ਬਣੀਏ। ਸੋ ਸਤਿਗੁਰੂ ਕਿਰਪਾ ਕਰਨ। ਬੀਤੇ ਦਿਨ ਆਪ ਜੀ ਨੇ ਸਰਵਣ ਕੀਤਾ, ਜਦੋਂ ਹਰਮੰਦਰ ਸਾਹਿਬ ਜਾ ਕਰਕੇ ਮੱਸੇ ਰੰਗੜ ਨੇ ਬੇਅਦਬੀ ਕੀਤੀ, ਦੋ ਸਿੱਖ ਬਹਾਦਰ ਸੂਰਮੇ ਉੱਠੇ ਨੇ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਭੰਗੂ ਮੀਰਾ ਕੋਟੀਏ, ਜਿਹੜੇ ਖਾਲਸਾ ਜੀ ਰਾਜਸਥਾਨ ਦੀ ਧਰਤੀ ਤੋਂ ਅੰਮ੍ਰਿਤਸਰ ਪਹੁੰਚੇ। ਜਦੋਂ ਅੰਮ੍ਰਿਤਸਰ ਪਹੁੰਚੇ ਅਰਦਾਸ ਕੀਤੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ, ਪਾਤਸ਼ਾਹ ਕਿਰਪਾ ਕਰਿਓ, ਵਿਧੀ ਬਣਾਇਓ, ਇਸ ਦੁਸ਼ਟ ਪਾਪੀ ਦੀ ਧੌਣ ਲਾ ਜਾਈਏ। ਖਾਲਸਾ ਜੀ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਅਰਦਾਸ ਦਾ ਸਦਕਾ ਦੋਵੇਂ ਸਿੱਖ ਬਹਾਦਰ ਹਰਮੰਦਰ ਸਾਹਿਬ ਗਏ। ਜਾ ਕੇ ਉਸ ਹਰਮੰਦਰ ਸਾਹਿਬ ਦੀ ਧੂੜੀ ਨੂੰ ਮੱਥੇ ਨਾਲ ਲਾਇਆ। ਦਰਸ਼ਨੀ ਡਿਓੜੀ ਦੇ ਨਾਲ ਜਿੱਥੇ ਅੱਜ ਵੀ ਇਲਾਚੀ ਬੇਰੀ ਹੈ, ਉਸ ਇਲਾਚੀ ਬੇਰੀ ਦੇ ਦੋਵੇਂ ਬੰਨੇ ਆਪਣੇ ਘੋੜੇ ਖਿਲਾਰੇ। ਜਦੋਂ ਦਰਸ਼ਨੀ ਡਿਓੜੀ ਤੋਂ ਅੰਦਰ ਗਏ, ਵੇਖਿਆ ਪਾਪੀ ਪਲੰਗਾ ਲਾ ਕਰਕੇ ਬੈਠਾ, ਪਲੰਗੇ ਉੱਤੇ ਬੈਠ ਕਰਕੇ ਕੰਜਰੀ ਦਾ ਨਾਚ ਵੇਖ ਰਿਹਾ ਹੈ। ਸਾਰੇ ਸ਼ਰਾਬਾਂ ਦੇ ਮਸਤ ਹੋਏ ਪਏ, ਸ਼ਰਾਬਾਂ ਪੀ ਕਰਕੇ। ਹੁਣ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜਦੋਂ ਇਹ ਬੇਅਦਬੀ ਦੇ ਹਾਲਾਤ ਵੇਖਦੇ, ਕਿਸ ਤਰ੍ਹਾਂ ਪਾਪੀ ਦਾ ਸੌਦਾ ਲਾਉਂਦੇ ਨੇ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੋ ਜਾਣੇ ਕੋ ਆਏ ਸਿਪਾਹੀ। ਖਾਲਸਾ ਜੀ ਜਦੋਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਗਏ, ਕਈਆਂ ਨੂੰ ਲੱਗਾ ਸ਼ਾਇਦ ਕਿਸੇ ਸਲਤਨਤ ਦੇ ਸਿਪਾਹੀ ਆਏ ਹੋਣਗੇ। ਮਾਲ ਲਿਆਏ ਕਰ ਉਗਰਾਹੀ। ਜਿਨ੍ਹਾਂ ਨੇ ਉਗਰਾਹੀ ਕਰਕੇ ਜਨਾਬ ਵਾਸਤੇ ਮਾਲ ਲਿਆਂਦਾ, ਮਾਇਆ ਲਿਆਂਦੀ ਹੈ। ਕਿਛ ਬਾਜੇ ਕਿਛ ਗਾਜੇ ਪਰੇ। ਖਾਲਸਾ ਜੀ ਉਹਨਾਂ ਦਾ ਧਿਆਨ ਨਹੀਂ ਗਿਆ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਵੱਲ, ਕਿਉਂਕਿ ਬਾਜਿਆਂ ਦੀਆਂ ਭਾਵ ਸੰਗੀਤ ਦੇ ਵਿੱਚ ਮਸਤ ਹੋ ਕੇ ਨਾਚ ਵੇਖ ਰਹੇ ਨੇ। ਔਰ ਦੇਖੋ ਬੋ ਨਟਨੀ ਖਰੇ। ਸਾਰੇ ਉਸ ਦੇ ਨਾਚ ਦੇ ਵਿੱਚ ਇੰਨੇ ਕੇ ਮਸਤ ਹੋਏ ਨੇ ਨਸ਼ੇ ਕਰਕੇ
ਕਿ ਉਹਨਾਂ ਦਾ ਧਿਆਨ ਨਹੀਂ ਗਿਆ ਕਿ ਜਿਹੜਾ ਪਾਪੀ ਬੇਅਦਬੀ ਕਰ ਰਿਹਾ ਅੱਜ ਉਹਦੀ ਧੌਣ ਲਾਉਣ ਲਈ ਗੁਰੂ ਕੇ ਸਿੱਖ ਆਏ ਨੇ। ਸਿੰਘਨ ਕੋ ਤਹ ਲੱਗ ਗਿਓ ਦਾਵ। ਬਸ ਸਤਿਗੁਰੂ ਦੀ ਕਿਰਪਾ ਹੋ ਗਈ, ਸਤਿਗੁਰਾਂ ਨੇ ਵਿਧੀ ਬਣਾਈ ਤੇ ਗੁਰੂ ਕੇ ਸਿੱਖਾਂ ਦਾ ਦਾ ਲੱਗ ਗਿਆ। ਸਿੰਘਨ ਸ਼ਤਾਬੀ ਚੱਕਿਓ ਪਾਵ। ਖਾਲਸਾ ਜੀ ਗੁਰੂ ਕੇ ਸਿੰਘਾਂ ਨੇ ਆਪਣੇ ਕਦਮ ਅਗਾਂਹ ਨੂੰ ਮੱਸੇ ਰੰਗੜ ਵੱਲ ਵਧਾਏ। ਸਤਿਗੁਰ ਆਪਣੋ ਕਾਜ ਸੁਆਰੇ। ਆਪਣੇ ਘਰ ਦੇ ਕਾਰਜ ਸਤਿਗੁਰੂ ਆਪ ਹੀ ਸਵਾਰ ਦਿੰਦੇ ਨੇ। ਹੋਏ ਕਰ ਦੀਨੇ ਦਿਸ਼ਟ ਅੰਧਾਰੇ। ਜਿਹੜਾ ਉਹ ਦੁਸ਼ਟ ਸੀ ਸਤਿਗੁਰੂ ਦੀ ਕਿਰਪਾ ਨਾਲ ਕਹਿੰਦੇ ਅੰਨੇ ਹੋ ਗਏ ਨਸ਼ੇ ਦੇ ਵਿੱਚ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਮੱਸੇ ਵੱਲ ਵੱਧ ਰਹੇ ਆ ਪਰ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਦੋਹਰਾ ਦੋ ਸਿੰਘ ਤੈ ਜਾਏ ਪੁਜੇ ਜਹ ਬਾਜੇ ਮਿਰਦੰਗ। ਹੁਣ ਖਾਲਸਾ ਜੀ ਦੋਵੇਂ ਗੁਰੂ ਕੇ ਸਿੱਖ ਪਹੁੰਚ ਗਏ। ਮੱਸੇ ਦੇ ਪਲੰਗੇ ਦੇ ਨਾਲ ਕਹਿੰਦੇ ਮਰਦੰਗ ਵੱਜ ਰਹੀ ਸੀ। ਕੱਢ ਸਰੋਹੀ ਸਿਰਦਈ ਮੱਸੇ ਕੇ ਨਿਰਸੰਗ। ਤੇ ਦੋਵੇਂ ਗੁਰੂ ਕਿਆਂ ਸਿੱਖਾਂ ਨੇ ਸਰੋਹੀਆਂ ਕੱਢੀਆਂ। ਸਰੋਹੀ ਮਿਆਨ ਦੇ ਵਿੱਚੋਂ ਕੱਢ ਕੇ ਅਕਾਲ ਅਕਾਲ ਗੁਰਬਰ ਅਕਾਲ ਕਰਦੇ ਕਰਦੇ ਖਾਲਸਾ ਜੀ ਉਸ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ। ਚੌਪਈ ਮੱਸੇ ਕੋ ਮਸੀਸੇ ਉਤਾਰੇ। ਉਸ ਪਾਪੀ ਮੱਸੇ ਰੰਗੜ ਦਾ ਸਿਰ ਗੁਰੂ ਕੇ ਲਾਲਾਂ ਨੇ ਇਸ ਤਰ੍ਹਾਂ ਵੱਢਿਆ। ਜਨ ਕਰ ਬੋਲੋ ਕਦੂਆ ਟਾਰਿਓ। ਜਨ ਕਰ ਬੇਲੋਂ ਕਦੂਆਂ ਟਾਰਿਓ। ਕਹਿੰਦੇ ਜਿਵੇਂ ਬੇਲ ਤੋਂ ਕੱਦੂ ਲਾ ਕੇ ਪਾਸੇ ਮਾਰੀ ਦਾਣਾ। ਕਹਿੰਦੇ ਪਲੰਗੇ ਦੇ ਉੱਤੇ ਮੱਸਾ ਰੰਗੜ ਪਾਪੀ ਬੈਠਾ। ਖਾਲਸਾ ਜੀ ਉਹਦਾ ਸਿਰ ਕੱਦੂ ਦੀ ਤਰ੍ਹਾਂ ਲਾ ਕੇ ਗੁਰੂ ਕੇ ਸਿੱਖਾਂ ਨੇ ਪਰਾਂ ਵਗਾ ਦਿੱਤਾ। ਉਹਦੇ ਮਨ ਵਿੱਚ ਭੁਲੇਖਾ ਸੀ ਵੀ ਸਿੱਖ ਮਰ ਗਏ, ਸਿੱਖ ਖਤਮ ਹੋ ਗਏ, ਹੁਣ ਮੈਨੂੰ ਕੋਈ ਕੁਝ ਕਰ ਨਹੀਂ ਸਕਦਾ। ਪਰ ਖਾਲਸਾ ਜੀ ਇਸ ਪੰਥ ਦੇ ਵਿੱਚ ਇਹ ਤਾਕਤ ਭਰੀ ਹੈ ਕਲਗੀਆਂ ਵਾਲੇ ਨੇ। ਇੱਥੇ ਕੱਲਾ ਵੀ ਗੁਰੂ ਕਾ ਲਾਲ ਦੁਨੀਆ ਤੇ ਰਹਿ ਜਾਵੇ ਨਾ ਤੇ ਉਹ ਕੱਲੇ ਦੇ ਵਿੱਚ ਵੀ ਇਹ ਤਾਕਤ ਹੈ, ਪੂਰੀ ਦੁਨੀਆ ਤੇ ਨਿਸ਼ਾਨ ਚਲਾ ਸਕਦਾ ਹੈ। ਕਿਉਂਕਿ ਇੱਥੇ ਤਾਕਤ ਅਕਾਲ ਪੁਰਖ ਵਾਹਿਗੁਰੂ ਦੀ ਵਰਤ ਰਹੀ ਹੈ। ਉਹ ਤੋ ਜੋ ਜੇਵਰ ਤਾਂ ਕੇ ਦੁਆਰੇ। ਜਿਹੜੇ ਖਾਲਸਾ ਜੀ ਸ਼ਾਹੀ ਖਜ਼ਾਨਾ ਉੱਥੇ ਲੱਦਿਆ ਹੋਇਆ ਸੀ ਦੂਜੇ ਸਿੰਘ ਸੋ ਲਿਓ ਉਤਾਰੇ। ਉਹਨਾਂ ਨੇ ਸਾਰਾ ਸ਼ਾਹੀ ਖਜ਼ਾਨਾ ਮੱਸੇ ਦਾ ਲੁੱਟ ਲਿਆ। ਤੋਂ ਲੋ ਸ਼ੋਰ ਪੇ ਹੋਇਆ ਤ ਭਾਰੀ। ਜਦੋਂ ਮੱਸੇ ਰੰਗੜ ਦਾ ਸਿਰ ਲਾਇਆ ਗੁਰੂ ਕਿਆਂ ਸਿੰਘਾਂ ਨੇ ਉੱਥੇ ਚੜ੍ਹਦੀ ਕਲਾ ਨਾਲ ਜਕਾਰੇ ਗਜਾਏ। ਜਦੋਂ ਜਕਾਰੇ ਗਜਾਏ ਮੱਸੇ ਦਾ ਸੋਧਾ ਲੱਗ ਗਿਆ, ਦੁਸ਼ਟ ਝਟਕਾ ਦਿੱਤਾ ਗਿਆ। ਕਹਿੰਦੇ ਫੌਜਾਂ ਦੇ ਵਿੱਚ ਸਾਰੇ ਪਾਸੇ ਰੋਲਾ ਪੈ ਗਿਆ ਵੀ ਮੱਸਾ ਤੇ ਮਾਰਿਆ ਗਿਆ, ਹੁਣ ਆਪਣੀ ਜਾਨ ਬਚਾ ਲਓ। ਆਪਾਂ ਸੋਚਦੇ ਸਾਂ ਗੁਰੂ ਕੇ ਸਿੱਖ ਮਰ ਗਏ, ਇਹ ਪਤਾ ਨਹੀਂ ਕਿੱਥੋਂ ਆ ਗਏ, ਹੁਣ ਆਪਣੀ ਜਾਨ ਬਚਾ ਕੇ ਭੱਜ ਲਓ। ਫਿਰ ਘੋੜਨ ਚੜ ਕਰੀ ਸਵਾਰੀ। ਤੇ ਇਧਰੋਂ ਗੁਰੂ ਕੇ ਲਾਲ ਕਹਿੰਦੇ ਮੱਸੇ ਰੰਗੜ ਦਾ ਸਿਰ ਵੱਢ ਕੇ ਉੱਥੇ ਛੱਡ ਕੇ ਨਹੀਂ ਗਏ, ਉਹ ਮੱਸੇ ਦਾ ਸਿਰ ਵੱਢ ਕੇ ਨਾਲ ਹੀ ਲੈ ਲਿਆ। ਕਿਉਂਕਿ ਬੁੱਢਾ ਜੋੜ ਜਿੱਥੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦਾ ਉਤਾਰਾ ਹੈ ਪੰਥ ਦੇ ਨਾਲ, ਉਸ ਬੁੱਢੇ ਜੋੜ ਦੀ ਧਰਤੀ ਤੇ ਜਾ ਕੇ ਖਾਲਸਾ ਜੀ ਉੱਥੇ ਫਿਰ ਜੰਡ ਦੇ ਨਾਲ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹ ਅੱਜ ਵੀ ਉੱਥੇ ਮੌਜੂਦ ਹੈ। ਤੇ ਖਾਲਸਾ ਜੀ ਉੱਥੇ ਫਿਰ ਪੰਥ ਦੇ ਸਾਹਮਣੇ ਦੋਵੇਂ ਗੁਰੂ ਕਿਆਂ ਸਿੱਖਾਂ ਨੇ ਇਹ ਸਿਰ ਵੱਢ ਕੇ ਪੇਸ਼ ਕੀਤਾ ਸੀਗਾ। ਸੋ ਇਸ ਤਰ੍ਹਾਂ ਹੁਣ ਘੋੜਿਆਂ ਤੇ ਸਵਾਰ ਹੋ ਗਏ। 600 ਘੋੜੇ ਰਲ ਗਏ ਝੱਲ। ਤੇ ਖਾਲਸਾ ਜੀ ਘੋੜੇ ਲੈ ਕਰਕੇ ਝਾੜੀਆਂ ਵੱਲ ਭਾਵ ਜੰਗਲਾਂ ਵੱਲ ਹੋ ਤੁਰੇ। ਇਸ ਬਿਦ ਭਈ ਮੱਸੇ ਕੀ ਗੱਲ। ਸੋ ਇਸ ਵਿਧੀ ਦੇ ਨਾਲ ਉਸ ਦੁਸ਼ਟ ਪਾਪੀ ਮੱਸੇ ਰੰਗੜ ਦਾ ਜਾ ਕਰਕੇ ਗੁਰੂ ਕੇ ਸਿੱਖਾਂ ਨੇ ਸੋਧਾ ਲਾ ਦਿੱਤਾ। ਕਿਤਕ ਦੇਰ ਕਰ ਰੌਲਾ ਪਿਓ। ਕਹਿੰਦੇ ਕੁਝ ਕੁ ਦੇਰ ਉੱਥੇ ਅੰਮ੍ਰਿਤਸਰ ਦੀ ਧਰਤੀ ਤੇ ਸਾਰੇ ਪਾਸੇ ਰੌਲਾ ਪੈਂਦਾ ਰਿਹਾ ਕਿ ਗੁਰੂ ਕੇ ਲਾਲ ਆਏ ਤੇ ਜਰਨੈਲ ਨੂੰ ਮਾਰ ਕੇ ਚਲੇ ਗਏ, ਪਰ ਨਜ਼ਰ ਹੀ ਨਹੀਂ ਆਉਂਦੇ। ਸਿਖਰ ਦੁਪਹਿਰੀ ਸੁਣਤ ਕਿਛ ਦਿਓ। ਹੁਣ ਸਿਖਰ ਦੁਪਹਿਰ ਸੀ, ਸਿਖਰ ਦੁਪਹਿਰੇ ਆ ਕਰਕੇ ਗੁਰੂ ਕੇ ਸਿੱਖਾਂ ਨੇ ਇਹ ਕਾਰਾ ਕਰ ਦਿੱਤਾ। ਥੀ ਪਹਿਲੋਂ ਕਿਨ ਕਾਠੀ ਨਾ ਪਾਈ। ਖਾਲਸਾ ਜੀ ਗੁਰੂ ਕੇ ਸਿੱਖ ਗੁਰੂ ਕੇ ਲਾਲ ਆਏ, ਸਿਖਰ ਦੁਪਹਿਰੇ ਕਾਰਾ ਕੀਤਾ ਸੀ ਤੇ ਫੌਜਾਂ ਤੇ ਆਪਣੀਆਂ ਮਸਤੀਆਂ ਵਿੱਚ ਮਸਤ ਸਨ। ਹੁਣ ਉਹਨਾਂ ਨੂੰ ਕੀ ਪਤਾ ਸੀ ਵੀ ਅੱਜ ਤੇ ਪਾਪੀ ਦਾ ਸੋਧਾ ਲੱਗਣਾ। ਕਹਿੰਦੇ ਉਹ ਤੇ ਘੋੜਿਆਂ ਤੇ ਕਾਠੀਆਂ ਵੀ ਨਹੀਂ ਸੀ ਪਾਈਆਂ, ਆਰਾਮ ਕਰ ਰਹੇ ਸੀ।
ਕਿਉਂਕਿ ਘੋੜੇ ਤੇ ਕਾਠੀ ਉਦੋਂ ਪਾਈਦੀ ਹੈ ਜਦੋਂ ਫੌਜ ਨੇ ਚੜ੍ਹਾਈ ਕਰਨੀ ਹੋਵੇ। ਕਹਿੰਦੇ ਉਹ ਤੇ ਢਿੱਲੇ ਪੈਰੇ ਦੇ ਵਿੱਚ ਬੈਠੇ ਹੋਏ ਸੀ ਤੇ ਗੁਰੂ ਕੇ ਲਾਲ ਸੋਧਾ ਲਾ ਕਰਕੇ ਵਾਪਸ ਵੀ ਪਰਤ ਗਏ। ਉਨ ਮਨ ਚਿੰਤਾ ਥੀ ਨਹੀਂ ਕਾਈ, ਉਹਨਾਂ ਦੇ ਮਨ ਵਿੱਚ ਕੋਈ ਚਿੰਤਾ ਨਹੀਂ ਸੀ ਕਿ ਕੋਈ ਆਵੇਗਾ, ਰਹਿਤ ਹੋਤੀ ਤੈ ਬਹੁਤੀ ਫੌਜ, ਕਿਉਂਕਿ ਉੱਥੇ ਅੰਮ੍ਰਿਤਸਰ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਵਿੱਚ ਫੌਜ ਨੇ ਘੇਰਾਬੰਦੀ ਕੀਤੀ ਸੀ। ਕਿਉਂਕਿ ਖਾਲਸਾ ਜੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਾਏ ਜਾ ਰਹੇ ਸੀ, ਸਿੱਖ ਤਾਂ ਵੀ ਨਹੀਂ ਸੀ ਮਰ ਰਹੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸੀ, ਇਹ ਖਤਮ ਨਹੀਂ ਸੀ ਹੋ ਰਹੇ। ਉਸ ਵਕਤ ਨਵਾਬ ਨੇ ਪੁੱਛਿਆ ਆਪਣੇ ਵਜ਼ੀਰ ਨੂੰ ਵੀ ਇਹ ਮਰਦੇ ਕਿਉਂ ਨਹੀਂ, ਖਤਮ ਕਿਉਂ ਨਹੀਂ ਹੁੰਦੇ? ਇਹਨਾਂ ਨੂੰ ਮਾਰਦੇ ਮਾਰਦੇ ਮੈਂ ਥੱਕ ਗਿਆ, ਪਰ ਗੁਰੂ ਕੇ ਸਿੱਖ ਖਤਮ ਨਹੀਂ ਹੁੰਦੇ। ਇਹ ਆਕਾਸ਼ ਚੋਂ ਆਉਂਦੇ ਨੇ ਕਿ ਧਰਤੀ ਤੋਂ ਉੱਗਦੇ ਨੇ? ਇਹ ਪ੍ਰਗਟ ਕਿੱਥੋਂ ਹੁੰਦੇ ਨੇ? ਤੇ ਕਾਜੀ ਕਹਿਣ ਲੱਗਾ, ਜਨਾਬ ਇਹ ਗੁਰੂ ਕੇ ਸਿੱਖ ਉਦੋਂ ਤੱਕ ਖਤਮ ਨਹੀਂ ਹੋ ਸਕਦੇ ਜਦੋਂ ਤੱਕ ਹਰਮੰਦਰ ਸਾਹਿਬ ਨਾਲ ਤੇ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਅੰਮ੍ਰਿਤਸਰ ਨਾਲ ਜੁੜੇ ਹੋਏ ਨੇ। ਜਦੋਂ ਤੱਕ ਇਹ ਅੰਮ੍ਰਿਤਸਰ ਤੋਂ ਨਹੀਂ ਟੁੱਟਦੇ ਉਦੋਂ ਤੱਕ ਇਹਨਾਂ ਨੂੰ ਖਤਮ ਕਰਨਾ ਨਾਮੁਮਕਿਨ ਹੈ। ਕਿਉਂਕਿ ਜਦੋਂ ਇਹ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ, ਇਹਨਾਂ ਵਿੱਚ ਫਿਰ ਇਹਨਾਂ ਦੇ ਗੁਰੂ ਦੀ ਤਾਕਤ ਵਰਤਣ ਲੱਗ ਜਾਂਦੀ ਹੈ। ਖਾਲਸਾ ਜੀ ਵੇਖੋ, ਜਿਹੜਾ ਦੁਸ਼ਮਣ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਹੈ, ਉਹ ਦੁਸ਼ਮਣ ਨੂੰ ਵੀ ਪਤਾ ਹੈ ਵੀ ਹਰਮੰਦਰ ਸਾਹਿਬ ਵਿੱਚ ਤੇ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਕਿੰਨੀ ਤਾਕਤ ਹੈ। ਪਰ ਇੱਥੇ ਕਈ ਵਾਰ ਆਪਾਂ ਵੇਖਦੇ ਹਾਂ ਸਿੱਖ ਲਿਬਾਸ ਵਿੱਚ ਜਿਹੜੇ ਪ੍ਰਚਾਰ ਕਰਦੇ, ਉਹ ਕਹਿੰਦੇ ਵੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਜਲ ਵਿੱਚ ਵੀ ਕੋਈ ਤਾਕਤ ਨਹੀਂ, ਉਹ ਕੇਵਲ ਇਸ਼ਨਾਨ ਕਰਨ ਵਾਸਤੇ ਮਹਾਰਾਜ ਨੇ ਬਣਾਏ ਸੀ, ਵੀ ਪੁਰਾਣੇ ਸਮੇਂ ਵਿੱਚ ਪਾਣੀ ਨਹੀਂ ਸੀ ਮਿਲਦਾ। ਪਰ ਨਹੀਂ ਖਾਲਸਾ ਜੀ, ਜਿਹੜਾ ਵੀ ਕੋਈ ਨਿੱਜੀ ਅਨੁਭਵ ਕਰੇਗਾ ਉਹਦੇ ਤੇ ਰਹਿਮਤ ਜ਼ਰੂਰ ਵਰਤਦੀ ਹੈ। ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਤੋਂ ਅੰਮ੍ਰਿਤ ਸਰੋਵਰ ਦੀ ਸਥਾਪਨਾ ਹੋਈ, ਖਾਲਸਾ ਜੀ ਉੱਥੋਂ ਦਾ ਇਤਿਹਾਸ ਹੈ, ਜੋ ਦੁੱਖ ਭੰਜਨੀ ਬੇਰੀ ਹੈ, ਉਸ ਦੁੱਖ ਭੰਜਨੀ ਬੇਰੀ ਦੇ ਹੇਠਾਂ ਬੈਠ ਕਰਕੇ ਗੁਰੂ ਨਾਨਕ ਸਾਹਿਬ ਨੇ ਵੀ ਜਪਜੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਖੀ ਦਾ ਜ਼ਿਕਰ ਆਪਣੇ ਪਾਵਨ ਗ੍ਰੰਥ ਵਿਜੈ ਮੁਕਤ ਦੇ ਅੰਦਰ ਕੀਤਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਦੁੱਖ ਭੰਜਨੀ ਬੇਰੀ ਦੇ ਹੇਠਾਂ ਬੈਠ ਕਰਕੇ ਉੱਥੇ ਕਰਤਾਰ ਦੀ ਸਿਫਤ ਸਲਾਹ ਕਰਦੇ ਰਹੇ। ਤੇ ਖਾਲਸਾ ਜੀ ਜਦੋਂ ਉੱਥੋਂ ਚੱਲਣ ਲੱਗੇ, ਉੱਥੋਂ ਦੇ ਚੌਧਰੀ ਨੇ ਕਿਹਾ ਕਿ ਮਹਾਰਾਜ ਇੱਥੋਂ ਜਾਓ ਨਾ, ਮੈਂ ਚਾਹੁੰਦਾ ਆਪ ਜੀ ਇੱਥੇ ਸਦਾ ਵਾਸਤੇ ਰਹਿ ਜਾਓ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਚੱਲਣ ਲੱਗੇ, ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਚੌਧਰੀਆ ਇੱਥੇ ਸਦਾ ਵਾਸਤੇ ਟਿਕ ਜਾਵਾਂਗੇ ਤੇ ਐਸੇ ਟਿਕਾਂਗੇ ਇੱਥੇ ਸਦਾ ਹੀ ਨਾਮ ਦਾ ਆਨੰਦ ਵਰਤਦਾ ਰਹੇਗਾ। ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਸੀ। ਇਹੋ ਕਾਰਨ ਹੈ ਵੀ ਅੱਜ ਜਦੋਂ ਹਰਮੰਦਰ ਸਾਹਿਬ ਜਾਂਦੇ ਆ ਤੇ ਖਾਲਸਾ ਜੀ ਹਰ ਇੱਕ ਦੀ ਆਤਮਾ ਇੱਕ ਗੱਲ ਜ਼ਰੂਰ ਕਹਿੰਦੀ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੋ ਖਾਲਸਾ ਜੀ ਇਹ ਕਾਰਨ ਸੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਦਾ। ਉਹਨਾਂ ਨੂੰ ਲੱਗਦਾ ਸੀ ਸਿੱਖ ਉਦੋਂ ਤੱਕ ਖਤਮ ਨਹੀਂ ਹੋ ਸਕਦੇ ਜਦੋਂ ਤੱਕ ਹਰਮੰਦਰ ਸਾਹਿਬ ਤੋਂ ਟੁੱਟਣਗੇ ਨਾ। ਇਸ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਵੱਡੀ ਗਿਣਤੀ ਦੇ ਵਿੱਚ ਫੌਜਾਂ ਦੀ ਘੇਰਾਬੰਦੀ ਕੀਤੀ ਸੀ। ਰਹੇ ਬਹੁਤ ਗਾਫਲ ਕਰ ਮੌਜ, ਤੇ ਜੇ ਇੰਨੀ ਵੱਡੀ ਗਿਣਤੀ ਵਿੱਚ ਫੌਜ ਆ ਕਰਕੇ ਉੱਥੇ ਪਹਿਰੇ ਵਿੱਚ ਸੀ, ਇਹੋ ਕਾਰਨ ਸੀ ਵੀ ਜਿਹੜਾ ਉੱਥੇ ਇਹ ਮੱਸਾ ਰੰਗੜ ਤੇ ਉਹਦੇ ਸਿਪਾਹੀ, ਉਹਦੇ ਵਜ਼ੀਰ, ਉਹ ਵੀ ਨਿੰਦਰਾਂ ਵਿੱਚ ਸਨ। ਉਹਨਾਂ ਨੂੰ ਭੁਲੇਖਾ ਸੀ ਵੀ ਹੁਣ ਸਿੱਖ ਨਹੀਂ ਆਉਣਗੇ। ਅਲਸਾਨੇ ਦੁਪਹਿਰੇ ਮਾਹੇ, ਪਰ ਗੁਰੂ ਕਿਆ ਸਿੱਖਾਂ ਨੇ ਦੁਪਹਿਰ ਨੂੰ ਹੀ ਜਾ ਕਰਕੇ ਸੋਧਾ ਲਾ ਦਿੱਤਾ। ਨੀਂਦ ਦਬਾਏ ਫਿਰੇ ਤਹਾਏ, ਉਹ ਤੇ ਨਸ਼ਿਆਂ ਦੀ ਨੀਂਦ ਦੇ ਵਿੱਚ ਸੁੱਤੇ ਪਏ ਸਨ। ਦੋਹਰਾ ਕਾਠੀ ਪਾਏ ਹਥਿਆਰ ਲੈ, ਤੋਲੋ ਸਿੰਘ ਦੂਰ। ਖਾਲਸਾ ਜੀ ਗੁਰੂ ਕੇ ਸਿੰਘ ਤਾਂ ਚਲੇ ਗਏ ਕੋਸੋਂ ਦੂਰ, ਉਹ ਤਾਂ ਜਕਾਰੇ ਜਾ ਕੇ ਸਿਰ ਵੱਢ ਕੇ ਨਾਲ ਲੈ ਕੇ ਚਲੇ ਗਏ ਵਾਪਸ ਬੁੱਢੇ ਜੋੜ ਦੀ ਧਰਤੀ ਨੂੰ। ਤੇ ਇਹ ਹੁਣ ਪਿੱਛੇ ਘੋੜਿਆਂ ਤੇ ਕਾਠੀਆਂ ਪਾ ਕੇ ਅਜੇ ਤਿਆਰੀਆਂ ਹੀ ਕਰਦੇ। ਇਹ ਤਿਆਰੀਆਂ ਵੀ ਢਿੱਲੀਆਂ ਜੀਆਂ ਹੀ ਕਰਦੇ। ਇਹ ਕਹਿੰਦੇ ਵੀ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਗਏ ਉਹਨਾਂ ਛੱਡਣਾ ਸਾਨੂੰ ਵੀ ਨਹੀਂ। ਇਹਨਾਂ ਨੂੰ ਹੁਕਮ ਆਏ ਲਾਹੌਰ ਤੋਂ, ਪਰ ਕਹਿੰਦੇ ਹੌਲੀ ਹੌਲੀ ਤਿਆਰੀਆਂ ਕਰਨ ਵੀ ਸਿੰਘ ਕਿਤੇ ਦੂਰ ਲੰਘ ਹੀ ਜਾਣ, ਵੀ ਕਿਤੇ ਸਾਡੇ ਨਾਲ ਟਾਕਰਾ ਨਾ ਹੋ ਜਾਵੇ। ਕਿਉਂਕਿ ਜੇ ਟਾਕਰਾ ਹੋਇਆ ਤੇ ਛੱਡਣਾ ਉਹਨਾਂ ਕਿਸੇ ਦਾ ਕੱਖ ਨਹੀਂ।
ਤੇ ਸਾਰੇ ਆਪਸ ਵਿੱਚ ਗੱਲਾਂ ਕਰਦੇ ਹੈ ਕਿੰਨੇ ਕੇ। ਉਹ ਕਹਿੰਦਾ ਵੀ 2 ਕੇ ਹੀ ਆਏ ਸਨ। ਉਹ ਕਹਿੰਦਾ ਇਹ 2 ਨਹੀਂ, ਇਹ ਤੇ ਕੱਲਾ ਕੱਲਾ ਵੀ 1.25 ਲੱਖ ਦੇ ਬਰਾਬਰ ਹੁੰਦਾ ਹੈ। ਇਹਨਾਂ ਨੂੰ 2.5 ਲੱਖ ਹੀ ਸਮਝੋ, ਵੀ 2.5 ਲੱਖ ਹੀ ਆਏ ਸਨ। ਇਸ ਤਰ੍ਹਾਂ ਕਹਿੰਦੇ ਫੌਜਾਂ ਡਰਦੀਆਂ ਅਗਾਂਹ ਵੀ ਨਹੀਂ ਵੱਧਦੀਆਂ ਵੀ ਕਿਤੇ ਸਿੱਖਾਂ ਨਾਲ ਟਾਕਰਾ ਨਾ ਹੋ ਜਾਵੇ। ਮਾਰਿਓ ਸੁਨ ਫੌਜਦਾਰ ਕੋ ਹਾਰੇ ਦੁਖੀ ਵਿਸੂਰ। ਹੁਣ ਜਦੋਂ ਪਤਾ ਲੱਗਾ ਵੀ ਸਾਡਾ ਫੌਜਦਾਰ ਹੀ ਜਿੰਨਾ ਮਾਰਤਾ ਤੇ ਸਾਰੇ ਦੁਖੀ ਹੋ ਗਏ, ਝੂਰੇ ਗਏ, ਕਿਸੇ ਦੀ ਮਤੀ ਨਾ ਹੋਈ ਅਗਾਂਹ ਵਧਣ ਦੀ। ਚੌਪਈ ਜੈ ਜੈਕਾਰ ਸਿੱਖਨ ਮਨ ਭਿਓ। ਖਾਲਸਾ ਜੀ ਜਦੋਂ ਇਹ ਕਾਰਾ ਕੀਤਾ, ਪਾਪੀ ਦਾ ਸੋਧਾ ਲਾਇਆ, ਗੁਰੂ ਕੇ ਸਿੱਖ ਬੁੱਢੇ ਜੋੜ ਦੀ ਧਰਤੀ ਤੇ ਪਹੁੰਚੇ। ਤੇ ਜਦੋਂ ਉੱਥੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਹੋਣੀ ਪੰਥ ਦੇ ਜਥੇਦਾਰ ਦੀਵਾਨ ਲਾ ਕੇ ਸਜੇ, ਉਸ ਧਰਤੀ ਤੇ ਜਦੋਂ ਪਹੁੰਚੇ, ਪੰਥ ਦੇ ਸਾਹਮਣੇ ਜਾ ਕਰਕੇ ਖਾਲਸਾ ਜੀ ਮੱਸੇ ਰੰਗੜ ਪਾਪੀ ਦਾ ਸਿਰ ਪੇਸ਼ ਕਰ ਦਿੱਤਾ। ਤੇ ਜਿਵੇਂ ਮੈਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਵੀ ਇਹਦੇ ਪਿੱਛੇ ਵੀ ਕਾਰਨ ਸੀ। ਆ ਕਈ 2 ਕੇ ਕਿਤਾਬਾਂ ਪੜ੍ਹ ਕੇ, 2 ਕੇ ਕਿਤਾਬਾਂ ਵੀ ਚੰਗੀ ਤਰ੍ਹਾਂ ਨਹੀਂ ਪੜ੍ਹੀਆਂ ਹੁੰਦੀਆਂ ਤੇ 10ਵੇਂ ਪਾਤਸ਼ਾਹ ਦੀ ਬਾਣੀ ਵੱਲ ਉਂਗਲ ਚੱਕਦੇ। ਖਾਲਸਾ ਜੀ ਉਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਇਹ ਕੋਈ ਮੁੱਦਾ ਨਹੀਂ। ਅਸਲ ਵਿੱਚ ਉਦੋਂ ਵੀ ਕਹਿੰਦੇ ਜਦੋਂ ਬੁੱਢਾ ਜੋੜ ਦੀ ਧਰਤੀ ਤੇ ਵਿਚਾਰ ਚੱਲ ਰਹੀ ਸੀ ਵੀ ਬਾਣੀ ਨੂੰ ਉਸੇ ਤਰ੍ਹਾਂ ਇਕੱਤਰਿਤ ਕਰੀਏ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਵੇਲੇ ਸੀ। ਤੇ ਖਾਲਸਾ ਜੀ ਉਦੋਂ ਫਿਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਇਹਨਾਂ ਦੋਵੇਂ ਸਿੱਖਾਂ ਨੂੰ ਪੁੱਛਿਆ ਵੀ ਤੁਹਾਡੇ ਕੀ ਵਿਚਾਰ ਨੇ। ਤੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਹੋਣਾ ਨੇ ਬਚਨ ਕੀਤਾ ਕਿ ਅਸੀਂ ਪਾਪੀ ਦਾ ਸਿਰ ਵੱਢਣ ਲਈ ਚੱਲੇ ਆਂ। ਤੇ ਜੇ ਪਾਪੀ ਦਾ ਸਿਰ ਵੱਢ ਕੇ ਇੱਥੇ ਪੇਸ਼ ਕਰ ਦਿੱਤਾ ਤੇ ਪੰਥ ਇਹ ਗੱਲ ਸਮਝ ਜਾਵੇ ਵੀ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ, ਮਹਾਰਾਜ ਦੀ ਮੌਜ ਹੈ, ਬਿਨਾਂ ਕਿਸੇ ਸ਼ੰਕੇ ਤੋਂ ਉਸੇ ਤਰ੍ਹਾਂ ਬਾਣੀ ਨੂੰ ਇੱਕ ਸਰੂਪ ਵਿੱਚ ਇਕੱਤਰਿਤ ਕਰਕੇ ਪ੍ਰਕਾਸ਼ ਕੀਤਾ ਜਾਵੇ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਵੇਲੇ ਇੱਕ ਸਰੂਪ ਵਿੱਚ ਬਾਣੀ ਇਕੱਤਰਿਤ ਸੀ। ਕਿਉਂਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਕੱਟਿਆ ਗਿਆ, ਉਹਨਾਂ ਤੋਂ ਵੱਡਾ ਸੂਝਵਾਨ ਸਿੱਖ ਨਾ ਕੋਈ ਹੋਇਆ ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਉਹਨਾਂ ਨੇ ਇਹ ਬਾਣੀ ਇਕੱਤਰਿਤ ਕੀਤੀ ਤੇ ਪੰਥ ਨੂੰ ਇਹ ਐਲਾਨ ਕੀਤਾ, ਦੋਹੂ ਗ੍ਰੰਥ ਮੇ ਬਾਣੀ ਜੋਈ, ਚੁਣ ਚੁਣ ਕੰਠ ਕਰੇ ਨਿਤ ਸੋਈ। ਵੀ ਜਿਹੜੀ ਦੋਵੇਂ ਗ੍ਰੰਥਾਂ ਵਿੱਚ ਬਾਣੀ ਹੈ, ਆਦਿ ਗੁਰੂ ਗ੍ਰੰਥ ਸਾਹਿਬ ਦੀ ਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਇਹਨੂੰ ਗੁਰੂ ਕੇ ਸਿੱਖਾਂ ਨੇ ਚਾਅ ਦੇ ਨਾਲ ਜ਼ਬਾਨੀ ਯਾਦ ਕਰਨਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੰਤ ਰਸ ਮਿਲੇਗਾ, ਸੰਤ ਗੁਣ ਮਿਲੇਗਾ ਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਿਪਾਹੀ ਬਲ ਵੀ ਮਿਲੇਗਾ, ਸਿਪਾਹੀ ਗੁਣ ਵੀ ਮਿਲੇਗਾ। ਇੱਥੇ ਮੀਰੀ ਪੀਰੀ ਦਾ ਸੁਮੇਲ ਹੈ। ਸੋ ਇਸ ਕਰਕੇ ਖਾਲਸਾ ਜੀ ਮਨਾਂ ਦੇ ਵਿੱਚੋਂ ਸ਼ੰਕੇ ਦੁਬਿਧਾਵਾਂ ਕੱਢ ਕੇ ਪਿਆਰ ਨਾਲ ਬਾਣੀ ਪੜਨ ਵੱਲ ਤੁਰਨਾ ਚਾਹੀਦਾ ਹੈ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਪੰਥ ਦੇ ਸਾਹਮਣੇ ਪੇਸ਼ ਕੀਤਾ, ਕਹਿੰਦੇ ਗੁਰੂ ਕੇ ਸਿੱਖਾਂ ਨੇ ਖੁਸ਼ੀਆਂ ਦੇ ਨਾਲ ਜਕਾਰੇ ਗਜਾਏ, ਜਕਾਰੇ ਗਜਾ ਕਰਕੇ ਦੋਵੇਂ ਗੁਰੂ ਕੇ ਸਿੱਖਾਂ ਦੀਆਂ ਜੈ ਜੈਕਾਰਾਂ ਕੀਤੀਆਂ। ਦੁਸ਼ਟਨ ਮਨ ਬੋ ਦੁਖ ਸੰਤਿਓ। ਹੁਣ ਗੁਰੂ ਕੇ ਖਾਲਸੇ ਪੰਥ ਨੂੰ ਤੇ ਚਾਅ ਚੜ ਗਿਆ ਵੀ ਪਾਪੀ ਦਾ ਸੋਧਾ ਲਾਇਆ। ਤੇ ਜਿਹੜੇ ਦੁਸ਼ਟ ਸੀ, ਜਿਹੜੇ ਖਾਲਸਾ ਜੀ ਹਾਕਮ ਸੀ, ਉਹ ਹੋਰ ਵੀ ਡਰ ਗਏ, ਭੈ ਭੀਤ ਹੋ ਗਏ। ਤੇ ਇੱਕ ਗੱਲ ਉਹਨਾਂ ਨੇ ਜਾਣ ਲਈ ਵੀ ਇਹ ਨਹੀਂ ਮਰਨੇ, ਇਹ ਨਹੀਂ ਮੁੱਕਣੇ, ਇਹਨਾਂ ਉੱਤੇ ਗੁਰੂ ਨਾਨਕ ਦੀ ਕਿਰਪਾ, ਇਹ ਮਰ ਨਹੀਂ ਸਕਦੇ। ਸੋ ਖਾਲਸਾ ਜੀ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਇੱਕ ਵਿਦਵਾਨ ਨੇ ਕਿਹਾ, ਜਿਮ ਕਾਟੇ ਤੇ ਵਧੇ ਗੁਲਾਬ ਤਿਉ ਪੰਥ ਵਧੇ ਪਾਏ ਅਜਾਬ। ਕਹਿੰਦੇ ਜਿਵੇਂ ਗੁਲਾਬ ਦਾ ਇੱਕ ਫੁੱਲ ਵੱਢੋ, ਹੋਰ ਫੁੱਲ ਉੱਗ ਪੈਂਦੇ। ਕਹਿੰਦੇ ਇਸੇ ਤਰ੍ਹਾਂ ਇੱਕ ਸਿੱਖ ਨੂੰ ਮਾਰੋ ਤੇ ਜਦੋਂ ਇੱਕ ਸਿੱਖ ਦਾ ਲਹੂ ਧਰਤੀ ਤੇ ਡੁੱਲਦਾ, ਉਸ ਡੁੱਲੇ ਹੋਏ ਲਹੂ ਦੇ ਵਿੱਚੋਂ ਲੱਖਾਂ ਹੋਰ ਸਿੱਖ ਤਿਆਰ ਹੋ ਜਾਂਦੇ ਨੇ। ਸੋ ਇਹ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਹੈ। ਦੋਹਰਾ ਸਾਖੀ ਬੋਤਾ ਸਿੰਘ ਕੀ ਸੁਨੀ ਰਤਨ ਸਿੰਘ ਕਾਨ। ਖਾਲਸਾ ਜੀ ਹੁਣ ਮੱਸੇ ਰੰਗੜ ਦਾ ਸੋਧਾ ਲਾ ਦਿੱਤਾ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਹੋਣਾ ਨੇ। ਉਸ ਤੋਂ ਬਾਅਦ ਸਰਕਾਰ ਨੇ ਹੋਰ ਵੀ ਜਿਹੜੇ ਕਿ ਪਹਿਰੇ ਸਖਤ ਕਰ ਦਿੱਤੇ ਸਿੱਖਾਂ ਨੂੰ ਮਕਾਉਣ ਲਈ। ਤੇ ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ, ਉਸ ਤੋਂ ਬਾਅਦ ਦੇ ਹਾਲਾਤ ਜੋ ਕਿ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਜਿਨ੍ਹਾਂ ਦਾ ਅੰਮ੍ਰਿਤਸਰ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿੱਥੇ ਅਸਥਾਨ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ,
ਉਸ ਅਸਥਾਨ ਦੇ ਨਾਲ ਇਹਨਾਂ ਦੋਵੇਂ ਸਿੱਖ ਸੂਰਮਿਆਂ ਦਾ ਸ਼ਹੀਦੀ ਅਸਥਾਨ ਅੱਜ ਵੀ ਸਥਾਪਿਤ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ। ਉਹਨਾਂ ਦੀ ਸਾਖੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦੱਸਣ ਲੱਗੇ ਨੇ। ਸਿੰਘਨ ਕੀ ਨਿੰਦਿਆ ਸੁਣਤ ਜਿਨ ਕੀਨੋ ਸੀਸ ਕੁਰਬਾਨ। ਜਿਨ੍ਹਾਂ ਨੇ ਆਪਣੇ ਕੰਨਾਂ ਰਾਹੀਂ ਜਦੋਂ ਸੁਣਿਆ ਵੀ ਮੁਗਲ ਹਕੂਮਤ ਦੀਆਂ ਫੌਜਾਂ ਸਿੰਘਾਂ ਦੀ ਨਿੰਦਿਆ ਕਰ ਰਹੀਆਂ, ਕਹਿੰਦੇ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਫਿਰ ਪ੍ਰਣ ਕਰ ਲਿਆ ਤੇ ਸਿਰ ਕੁਰਬਾਨ ਕਰ ਦਿੱਤੇ। ਚੌਪਈ ਜਤੀ ਸਤੀ ਥੋ ਪ੍ਰਣ ਕੋ ਪੂਰੇ। ਇਹ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਤੀ ਸਤੀ ਸਨ, ਪ੍ਰਣ ਕੋ ਪੂਰੇ, ਤੇ ਜੋ ਧਾਰ ਲੈਂਦੇ ਸੀ ਉਹਨੂੰ ਪੂਰਾ ਕਰਦੇ ਸੀ। ਖਾਲਸਾ ਜੀ ਅੱਜ ਵੀ ਸਾਨੂੰ ਥੋੜਾ ਜਿਹਾ ਆਪਣੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਨੇ ਸਿੱਖ ਨੂੰ ਇੱਕ ਬੜੀ ਵੱਡੀ ਦਾਤ ਦਿੱਤੀ ਹੈ, ਜਤ ਸਤ ਦੀ ਜਤੀ ਸਤੀ ਹੋਣ ਦੀ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਖਾਨੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਸਿੱਖ ਦੀ ਨਿਗਾਹ ਹੋਣੀ ਚਾਹੀਦੀ ਹੈ, ਕਿਉਂਕਿ ਸੁਖਮਨੀ ਸਾਹਿਬ ਚ ਰੋਜ਼ਾਨਾ ਪੜ੍ਹਦੇ ਵੀ ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੈ, ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ 4 ਬੱਜਰ ਕਰੈਤਾਂ ਦੇ ਵਿੱਚੋਂ ਇੱਕ ਇਹ ਵੀ ਬੱਜਰ ਕਰੈਤ ਹੈ ਵੀ ਕਿਸੇ ਪਰ ਇਸਤਰੀ ਨਾਲ ਜਾਂ ਪਰ ਪੁਰਖ ਦੇ ਨਾਲ ਪਰਤਨਗਾਮੀ ਨਹੀਂ ਹੋਣਾ। ਸੋ ਇਹਨਾਂ ਤੋਂ ਬਚ ਕੇ ਰਹਿਣਾ, ਸੁਚੇਤ ਰਹਿਣਾ, ਤਾਂ ਹੀ ਸਤਿਗੁਰੂ ਦੀ ਕਿਰਪਾ ਤੇ ਰਹਿਮਤ ਵਰਤੇਗੀ। ਸੋ ਅੱਜ ਆਪਣੇ ਬੱਚਿਆਂ ਨੂੰ ਕੋਲ ਬਿਠਾ ਕਰਕੇ ਖਾਲਸਾ ਜੀ ਇਹ ਸਿੱਖਿਆਵਾਂ ਅਸੀਂ ਆਪ ਦੇਣੀਆਂ, ਬਾਹਰੋਂ ਗਵਾਂਢੀਆਂ ਨੇ ਆ ਕੇ ਨਹੀਂ ਦੇਣੀਆਂ। ਆਪਣੇ ਬੱਚਿਆਂ ਨੂੰ ਸਤਿਗੁਰੂ ਦੀ ਦੱਸੀ ਰਹਿਤ ਤੋਂ ਜਾਣੂ ਕਰਾਈਏ ਤੇ ਉਹਨਾਂ ਨੂੰ ਦਸੀਏ ਵੀ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਨੇ, ਉਹਨਾਂ ਬਚਨਾਂ ਦੀ ਸਿੱਖਿਆ ਕੀ ਹੈ। ਤੇ ਜਦੋਂ ਇਸ ਤਰ੍ਹਾਂ ਸਾਡੇ ਬੱਚੇ ਰਹਿਣੀ ਦੇ ਵਿੱਚ ਪੂਰੇ ਹੋਣਗੇ ਤੇ ਉਹਨਾਂ ਤੇ ਸਤਿਗੁਰੂ ਦੀ ਰਹਿਮਤ ਜ਼ਰੂਰ ਵਰਤੇਗੀ। ਸੋ ਬਾਬਾ ਬੋਤਾ ਸਿੰਘ ਸਾਹਿਬ, ਬਾਬਾ ਗਰਜਾ ਸਿੰਘ ਸਾਹਿਬ, ਇਹ ਦੋਵੇਂ ਗੁਰੂ ਕੇ ਲਾਲ ਜਤੀ ਸਤੀ ਨੇ। ਕਿਸੇ ਨੂੰ ਮਾੜੀ ਨਿਗਾਹ ਨਾਲ ਵੇਖਦੇ ਵੀ ਨਹੀਂ, ਸੋਚਣਾ ਤੇ ਬੜੀ ਦੂਰ ਦੀ, ਕਿਉਂਕਿ ਖਾਲਸਾ ਜੀ ਪੁਰਾਤਨ ਗ੍ਰੰਥਾਂ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ। 18 ਤਰ੍ਹਾਂ ਦਾ ਕਾਮ ਮੰਨਿਆ ਗਿਆ। ਕਿਸੇ ਬਾਰੇ ਮਾੜਾ ਸੋਚ ਲੈਣਾ ਕਹਿੰਦੇ ਉਹ ਵੀ ਬੜਾ ਵੱਡਾ ਪਾਪ ਹੈ। ਕਿਸੇ ਬਾਰੇ ਮਾੜਾ ਵੇਖ ਲੈਣਾ ਉਹ ਵੀ ਪਾਪ ਹੈ। ਕਿਸੇ ਬਾਰੇ ਮਾੜਾ ਬੋਲ ਲੈਣਾ, ਮੇਰੇ ਕਹਿਣ ਦਾ ਭਾਵ ਆਪ ਸਾਰੇ ਸਮਝ ਰਹੇ ਹੋ ਵੀ ਕਿਸੇ ਬਾਰੇ ਕਾਮ ਵਾਸ਼ਨਾ ਨਾਲ ਬੋਲ ਲੈਣਾ ਉਹ ਵੀ ਪਾਪ ਹੈ। ਕਿਸੇ ਬਾਰੇ ਗਲਤ ਸੁਣ ਲੈਣਾ ਉਹ ਵੀ ਪਾਪ ਹੈ। ਕਿਸੇ ਬਾਰੇ ਸੁਪਨੇ ਵਿੱਚ ਵੀ ਸੋਚ ਲੈਣਾ ਉਹ ਵੀ ਪਾਪ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ, ਸੁਧ ਜਬ ਤੇ ਹਮ ਭਰੀ ਗੁਰਦੇਵ ਬਚਨ ਦਿਓ ਤਬ ਹਮਾਰੇ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਨੂੰ ਮੇਰੇ ਗੁਰਦੇਵ ਪਿਤਾ ਨੇ ਬਚਨ ਕੀਤਾ ਵੀ ਕਿਸੇ ਦੂਸਰੇ ਬਾਰੇ ਸੁਪਨੇ ਦੇ ਵਿੱਚ ਵੀ ਕਦੇ ਫੁਰਨਾ ਨਹੀਂ ਜਗਾਉਣਾ। ਇਹੀ ਬਚਨ ਮਹਾਰਾਜ ਨੇ ਖਾਲਸੇ ਨੂੰ ਕੀਤਾ ਹੈ। ਸੋ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਇਸ ਤਰ੍ਹਾਂ ਪੂਰੇ ਜਤ ਸਤ ਦੇ ਵਿੱਚ ਕਾਇਮ ਰਹਿ ਕੇ ਗੁਰੂ ਦੀ ਦੱਸੀ ਰਹਿਤ ਤੇ ਚੱਲਦੇ ਨੇ। ਗੁਰ ਕੋ ਸੇਵਕ ਦਿਲ ਕੋ ਸੂਰੋ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਦੇ ਸੇਵਾਦਾਰ ਤੇ ਖਾਲਸਾ ਜੀ ਸਤਿਗੁਰੂ ਦੇ ਘਰ ਦੇ ਬਹਾਦਰ ਸੂਰਮੇ ਨੇ। ਬੋਤਾ ਸਿੰਘ ਤਾਸ ਕੋ ਨਾਮ, ਉਹਨਾਂ ਦਾ ਨਾਮ ਹੈ ਭਾਈ ਸਾਹਿਬ ਭਾਈ ਬੋਤਾ ਸਿੰਘ ਸਾਹਿਬ ਜੀ। ਮਾਝੇ ਮੈਥੋਂ ਤਾਂ ਕੋ ਗ੍ਰਾਮ, ਜਿਨ੍ਹਾਂ ਦਾ ਨਗਰ ਸੀ ਮਾਝੇ ਏਰੀਏ ਦੇ ਵਿੱਚ, ਮਾਝੇ ਤਰਨ ਤਾਰਨ ਦੇ ਕੋਲ ਇਹਨਾਂ ਦਾ ਪਿੰਡ ਹੈ। ਜਬੇ ਦੀਏ ਤੇ ਸਿੰਘ ਵੋ ਮਾਰ, ਜਦੋਂ ਦੁਸ਼ਟਾਂ ਨੇ ਬਹੁਤ ਸਿੰਘਾਂ ਦਾ ਖਾਤਮਾ ਕਰ ਦਿੱਤਾ, ਸਿੰਘਾਂ ਨੂੰ ਮਾਰਿਆ ਸੀ। ਕਿਸੇ ਨਾ ਸੁਣੀਏ ਮਹੀਨੇ 4 ਮਹੀਨਿਆਂ ਤੋਂ ਕੋਈ ਗੁਰੂ ਕਾ ਸਿੱਖ ਨਾ ਨਜ਼ਰ ਆਇਆ ਤੇ ਨਾ ਹੀ ਕਿਸੇ ਕੇ ਗੁਰੂ ਕੇ ਸਿੱਖ ਦੀ ਕੋਈ ਖਬਰ ਸੁਣਨ ਨੂੰ ਮਿਲੀ। 4 ਮਹੀਨੇ ਹੋ ਚੁੱਕੇ ਸੀ। ਕਹੇ ਸਿੰਘ ਸਭ ਮਰ ਗਏ, ਕਹਿੰਦੇ ਵੀ ਸਿੰਘ ਤਾਂ ਮਰ ਗਏ, ਖਤਮ ਹੋ ਗਏ। ਇਸ ਤਰ੍ਹਾਂ ਸਾਰੇ ਲੋਕ ਇਹ ਗੱਲਾਂ ਕਰਨ ਲੱਗ ਪਏ ਸੀ ਤੁਰਕਨ ਸਿੰਘ ਖਪਾਏ ਸੋ ਦਏ, ਕਿ ਤੁਰਕਾਂ ਨੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ। ਦੰਗਾ ਕਰਤ ਨ ਕਹੂੰ ਅਖਾਰਾ, ਕਿਉਂਕਿ ਹੁਣ ਕੋਈ ਦੰਗਾ ਨਹੀਂ ਹੋ ਰਿਹਾ, ਹੁਣ ਕਿਤੇ ਕੋਈ ਰੋਲਾ ਨਹੀਂ ਪੈ ਰਿਹਾ। ਕਿਉਂਕਿ ਜਿਹੜੇ ਖਾਲਸੇ ਨੇ, ਜਿਹੜੇ ਗੁਰੂ ਕੇ ਸਿੱਖ ਨੇ, ਉਹ ਪਾਤਸ਼ਾਹੀ ਦਾ ਦਾਅਵਾ ਰੱਖਦੇ ਨੇ ਤੇ ਗੁਲਾਮ ਨਹੀਂ ਰਹਿ ਸਕਦੇ। ਤੇ ਖਾਲਸਾ ਜੀ ਭਾਰਤ ਦੀ ਜਨਤਾ ਤੇ ਸਦੀਆਂ ਤੋਂ ਗੁਲਾਮ ਹੋਈ ਸੀ। ਜੇ ਗੁਰੂ ਕੇ ਸਿੱਖ ਆ ਕਰਕੇ ਆਜ਼ਾਦੀ ਦੀ ਲਹਿਰ ਨਾ ਉਠਾਉਂਦੇ
ਤੇ ਖਾਲਸਾ ਜੀ ਅੱਜ ਤੱਕ ਵੀ ਉੱਥੇ ਨਿਸ਼ਾਨ ਤੇ ਝੰਡੇ ਕਿਤੇ ਹੋਰ ਦੇ ਹੀ ਝੁਲਦੇ ਹੁੰਦੇ। ਇਹ ਅੱਜ ਭਾਰਤ ਦੇ ਉੱਤੇ ਤਿਰੰਗਾ ਨਾ ਝੁਲਦਾ ਜੇ ਗੁਰੂ ਕੇ ਲਾਲਾਂ ਨੇ, ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਨਾ ਦਿੱਤੀਆਂ ਹੁੰਦੀਆਂ। ਇਹ ਕਾਰਨ ਹੈ ਅੱਜ ਭਾਵੇਂ ਭਾਰਤ ਦੇ ਵਿੱਚ ਨਿਸ਼ਾਨ ਸਾਹਿਬਾਂ ਨੂੰ ਲਾਉਣ ਤੇ ਪਾਬੰਦੀ ਲਾਉਂਦੀ ਹੈ ਕਿਸੇ ਨਾ ਕਿਸੇ ਸਟੇਟ ਦੀ ਗਵਰਨਮੈਂਟ, ਪਰ ਖਾਲਸਾ ਜੀ ਇਹ ਚੇਤੇ ਰੱਖਣਾ ਚਾਹੀਦਾ ਹੈ ਵੀ ਪਹਿਲਾਂ 700 ਸਾਲ ਤੋਂ ਮੁਗਲ ਸਲਤਨੀਅਤ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ। ਕਦੇ ਅਹਿਮਦ ਸ਼ਾਹ ਅਬਦਾਲੀ ਲੁੱਟਦਾ, ਕਦੇ ਨਾਦਰ ਸ਼ਾਹ ਲੁੱਟਦਾ, ਕਦੇ ਖਾਲਸਾ ਜੀ ਤੈਮੂਰ ਲੁੱਟਦਾ, ਪਰ ਉਹਨਾਂ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਜੇ ਕਿਸੇ ਨੇ ਧੂੜ ਚਟਾਈ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਵਰਗੇ ਬਹਾਦਰ ਸਿੱਖ ਸੂਰਮਿਆਂ ਨੇ ਚਟਾਈ। ਜੇ ਉਸ ਮੁਗਲ ਹਕੂਮਤ ਤੋਂ ਆਜ਼ਾਦ ਕਰਾਇਆ ਤੇ ਗੁਰੂ ਕੇ ਖਾਲਸਿਆਂ ਨੇ ਕਰਾਇਆ, ਤੇ ਜੇ ਫਿਰ ਬਾਅਦ ਵਿੱਚ ਬ੍ਰਿਟਿਸ਼ ਸਰਕਾਰ ਨੇ ਜਾ ਕੇ ਭਾਰਤ ਨੂੰ ਗੁਲਾਮ ਬਣਾਇਆ ਤੇ ਉਦੋਂ ਵੀ ਸਭ ਤੋਂ ਪਹਿਲੀ ਆਜ਼ਾਦੀ ਦੀ ਆਵਾਜ਼ ਪੰਜਾਬ ਤੋਂ ਚੱਕੀ ਗਈ। ਅੰਗਰੇਜ਼ ਸਰਕਾਰ ਨਾਲ ਸਭ ਤੋਂ ਪਹਿਲੀ ਜੰਗ ਜੇ ਆਜ਼ਾਦੀ ਦੀ ਕਿਸੇ ਨੇ ਕੀਤੀ ਤੇ ਅਕਾਲ ਤਖਤ ਦੇ ਜਥੇਦਾਰ, ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਨੇ ਕੀਤੀ, ਜਿਨ੍ਹਾਂ ਨੇ ਜਦੋਂ ਜੰਗ ਕੀਤੀ ਤੇ ਅੰਗਰੇਜ਼ ਸਰਕਾਰ ਨਾਲ ਲੜਦੇ ਲੜਦੇ 30,000 ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ। ਤੇ ਖਾਲਸਾ ਜੀ 30,000 ਸਿੱਖਾਂ ਦੀ ਸ਼ਹੀਦੀਆਂ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਤੋਪ ਦੇ ਮੂਹਰੇ ਜਾ ਕੜ ਕੇ ਖੜ ਗਏ ਤੇ ਅੰਗਰੇਜ਼ਾਂ ਨੂੰ ਕਿਹਾ ਵੀ ਜੇ ਜੁਰਤ ਹੈ ਤੇ ਆ ਗੁਰੂ ਕਾ ਲਾਲ ਖੜਾ, ਇੱਥੇ ਤੋਪ ਚਲਾ ਕੇ ਵਿਖਾਓ ਗੁਰੂ ਕੇ ਲਾਲ ਦੀ ਛਾਤੀ ਦੇ ਉੱਤੇ। ਛਾਤੀ ਤੇ ਤੋਪਾਂ ਦੇ ਗੋਲੇ ਖਾ ਖਾ ਕੇ ਭਾਰਤ ਨੂੰ ਆਜ਼ਾਦ ਕਰਾਇਆ, ਤਾਂ ਹੀ ਜਾ ਕਰਕੇ ਨਿਸ਼ਾਨ ਝੁਲਦੇ ਨੇ ਤੇ ਤਾਂ ਹੀ ਭਾਰਤ ਦਾ ਤਿਰੰਗਾ ਝੁਲਦਾ। ਇਹੋ ਕਾਰਨ ਹੈ ਵੀ ਅੱਜ ਵੀ ਭਾਰਤ ਦੇ ਤਿਰੰਗੇ ਦੇ ਵਿੱਚ ਸਭ ਤੋਂ ਉੱਤੇ ਕੇਸਰੀ ਨਿਸ਼ਾਨ ਹੈ, ਗੁਰੂ ਕੇ ਖਾਲਸੇ ਦਾ ਨਿਸ਼ਾਨ ਸਭ ਤੋਂ ਉੱਤੇ ਇਸੇ ਕਾਰਨ ਕਰਕੇ ਹੈ। ਸੋ ਆਪਣੇ ਬੱਚਿਆਂ ਨੂੰ ਐਸੀਆਂ ਸਾਖੀਆਂ ਆਪਣੇ ਵੱਡੇ ਵਡੇਰਿਆਂ ਦੀ ਦੱਸਦੇ ਰਹਿਣਾ ਚਾਹੀਦਾ ਹੈ ਵੀ ਖਾਲਸਾ ਪੰਥ ਦੇ ਵਿੱਚ ਵੀ ਇੱਕ ਤੋਂ ਇੱਕ ਬਹਾਦਰ ਹੋਇਆ, ਜਿਨ੍ਹਾਂ ਦੇ ਕਿੱਸੇ ਸੁਣਾਉਣ ਲੱਗੀਏ ਤੇ ਜੀਵਨ ਮੁੱਕ ਜਾਵੇਗਾ, ਪਰ ਪੂਰੀਆਂ ਕਹਾਣੀਆਂ ਨਹੀਂ ਸੁਣਾ ਹੋਣੀਆਂ। ਸੋ ਖਾਲਸਾ ਜੀ ਧੰਨ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਉਸ ਸਮੇਂ ਖਾਲਸਾ ਜੀ ਇਹਨਾਂ ਨੇ ਜੰਗ ਕੀਤੀ ਜਦੋਂ ਕਹਿੰਦੇ ਵੀ ਸਿੰਘ ਨਜ਼ਰ ਨਹੀਂ ਆਉਂਦੇ, ਸਿੰਘ ਤਾਂ ਗੁਰੂ ਕੇ ਸਿੱਖਾਂ ਨੇ ਮਾਰ ਦਿੱਤੇ ਨੇ। ਇਮ ਕਰ ਕੈ ਸਭ ਖਾਲਸਾ ਮਾਰਾ, ਇਹਨਾਂ ਨੇ ਸਾਰੇ ਖਾਲਸਿਆਂ ਨੂੰ, ਸਿੱਖਾਂ ਨੂੰ ਖਤਮ ਕਰ ਦਿੱਤਾ ਹੈ। ਬੋਤਾ ਸਿੰਘ ਕਹੂੰ ਵੱਖ ਰਹਿਓ, ਪਰ ਕਹਿੰਦੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਸਿੱਖ ਜਥੇ ਬਣਾ ਕਰਕੇ ਰਹਿਣ ਲੱਗ ਪਏ ਤੇ ਜਥੇ ਦੇ ਜਥੇ ਹੀ ਕਹਿੰਦੇ ਮੁਗਲ ਹਕੂਮਤ ਮਾਰ ਦਿੰਦੀ ਸੀ। ਉਹਨਾਂ ਜਥਿਆਂ ਵਿੱਚ ਬੱਚੇ ਵੀ ਹੁੰਦੇ, ਉਹਨਾਂ ਜਥਿਆਂ ਦੇ ਵਿੱਚ ਖਾਲਸਾ ਜੀ ਬਜ਼ੁਰਗ ਵੀ ਹੁੰਦੇ ਤੇ ਉਹਨਾਂ ਜਥਿਆਂ ਵਿੱਚ ਜਵਾਨ ਵੀ ਹੁੰਦੇ, ਤੇ ਜਾ ਕਰਕੇ ਖਾਲਸਾ ਜੀ ਇਹ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ, ਜਵਾਨਾਂ ਨੂੰ ਮਾਰ ਦਿੰਦੇ ਸੀ। ਪਰ ਬਾਬਾ ਬੋਤਾ ਸਿੰਘ ਤੇ ਇਹ ਬਾਬਾ ਗਰਜਾ ਸਿੰਘ ਇਹ ਕਿਤੇ ਜਥੇ ਤੋਂ ਵੱਖ ਹੋ ਗਏ, ਕਿਤੇ ਆਪਣੇ ਨਗਰ ਵੱਲ ਰਹਿ ਰਹੇ ਸਨ। ਕਿਨੇ ਫਿਰਤ ਤੈਂ ਦੇਖ ਸੋ ਲਿਓ, ਤੇ ਇਹ ਖਾਲਸਾ ਜੀ ਜਦੋਂ ਅੰਮ੍ਰਿਤ ਵੇਲੇ ਜਾ ਰਹੇ ਸੀ ਅੰਮ੍ਰਿਤਸਰ ਸਾਹਿਬ ਵੱਲ ਨੂੰ, ਤੇ ਕਹਿੰਦੇ ਉਧਰੋਂ ਮੁਗਲ ਹਕੂਮਤ ਦੀ ਫੌਜ ਆ ਰਹੀ ਸੀ ਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣਾ ਨੇ ਫੌਜਾਂ ਨੂੰ ਆਉਂਦਿਆਂ ਵੇਖਿਆ। ਦੇਖਤ ਸੋ ਅਚੰਭ ਪਿਓ, ਤੇ ਖਾਲਸਾ ਜੀ ਜਦੋਂ ਫੌਜਾਂ ਨਜ਼ਦੀਕ ਆ ਰਹੀਆਂ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਥੋੜਾ ਜਿਹਾ ਕਹਿੰਦੇ ਝਾੜੀਆਂ ਦੇ ਓਲੇ ਹੋ ਗਏ ਵੀ ਉਧਰੋਂ ਫੌਜ ਆ ਰਹੀ ਹੈ। ਤੇ ਕਹਿੰਦੇ ਜਦੋਂ ਉਹ ਦੋਵੇਂ ਆਏ, ਦੋਵੇਂ ਜਾ ਕਰਕੇ ਝਾੜੀਆਂ ਦੇ ਓਲੇ ਹੋ ਗਏ ਤੇ ਫੌਜਾਂ ਨੇ ਆ ਕੇ ਵੇਖਿਆ ਵੀ ਝਾੜੀਆਂ ਦੇ ਓਲੇ ਕਿਤੇ ਦਸਤਾਰਾਂ ਨਜ਼ਰ ਆਉਂਦੀਆਂ, ਗੁਰੂ ਕੇ ਸਿੱਖ ਨਜ਼ਰ ਆਉਂਦੇ, ਤੇ ਕਹਿੰਦੇ ਸਿੱਖਾਂ ਨੂੰ ਵੇਖ ਕੇ ਬੜੇ ਅਚੰਭਤ ਹੋ ਗਏ। ਕਹਾਂ ਸਿੰਘ ਜੈ ਜੀਵਤ ਰਹਿਓ, ਤੇ ਫੌਜਾਂ ਕਹਿਣ ਲੱਗ ਪਈਆਂ ਵੀ ਆਹ ਤਾਂ ਗੁਰੂ ਕੇ ਸਿੱਖ ਜਾਪਦੇ ਨੇ, ਗੁਰੂ ਕੇ ਸਿੰਘ ਜਾਪਦੇ ਆ, ਇਹ ਜਿਉਂਦੇ ਕਿਵੇਂ ਰਹਿ ਗਏ? ਇਹਨਾਂ ਨੂੰ ਤੇ ਸਾਰਿਆਂ ਨੂੰ ਮਾਰ ਮੁਕਾਇਆ ਹੈ। ਐਸੇ ਦੇਖਨ ਵਾਰਨ ਕਿਹੋ, ਖਾਲਸਾ ਜੀ ਉਹਨਾਂ ਰਾਹੀਆਂ, ਉਹਨਾਂ ਫੌਜਾਂ ਨੇ ਬਾਬਾ ਬੋਤਾ ਸਿੰਘ ਹੋਣਾ ਨੂੰ ਵੇਖ ਕੇ ਇਸ ਤਰ੍ਹਾਂ ਬਚਨ ਕੀਤੇ। ਉਹ ਵਗ ਭੇਖੂ ਕੋ ਯਾ ਰਹਿਓ, ਤੇ ਬਾਅਦ ਵਿੱਚ ਦੂਜਾ ਸਿਪਾਹੀ ਕਹਿੰਦਾ ਵੀ ਠੀਕ ਹੈ, ਇਹਨਾਂ ਭਾਵੇਂ ਦਸਤਾਰਾਂ ਸਜਾਈਆਂ ਪਰ ਮੈਨੂੰ ਇਹ ਸਿੱਖ ਨਹੀਂ ਜਾਪਦੇ, ਮੈਨੂੰ ਬਹਿਰੂਪੀਏ ਜਾਪਦੇ ਨੇ। ਦੋਰਾ ਸਿੰਘ ਨਾ ਦਿਸਤ ਹੈ ਕਹੂੰ ਤੁਰਕਨ ਦੇਖ ਪਾਏ, ਕਿਉਂਕਿ ਤੁਰਕਾਂ ਨੇ, ਮੁਗਲ ਹਕੂਮਤ ਨੇ ਤੇ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਹੈ। ਦੂਜੇ ਕਿਹੋ ਕੋਈ ਹੋ ਗਿਆ
ਕਾਇਰ ਕੂਰ ਲੁਕਾਏ। ਤੇ ਦੂਜਾ ਕਹਿੰਦਾ ਵੀ ਇਹ ਸਿੱਖ ਨਹੀਂ ਬੇਰੂਪੀਏ ਹੋਣਗੇ, ਇਹ ਕਾਇਰ ਹੋਣਗੇ ਜਿਹੜੇ ਲੁਕ ਰਹੇ ਨੇ, ਕਿਉਂਕਿ ਗੁਰੂ ਕੇ ਸਿੱਖ ਕਦੇ ਲੁਕਦੇ ਨਹੀਂ। ਚੌਪਈ ਖਾਲਸੋ ਸੋ ਜੋ ਨਿਤ ਜੰਗ ਕਰੈ। ਕਿਉਂਕਿ ਖਾਲਸਾ ਤੇ ਹੈ ਹੀ ਉਹ ਜਿਹੜਾ ਜੰਗ ਤੋਂ ਕਦੇ ਭੱਜਦਾ ਨਹੀਂ, ਕਦੇ ਜੰਗ ਦੇ ਮੈਦਾਨ ਵਿੱਚ ਪਿੱਠ ਨਹੀਂ ਵਿਖਾਉਂਦਾ। ਖਾਲਸੋ ਸੋ ਨਾ ਮਰਨ ਤੇ ਡਰੇ। ਤੇ ਗੁਰੂ ਕੇ ਸਿੱਖ ਮਰਨ ਤੋਂ ਨਹੀਂ ਡਰਦੇ, ਜਿਹੜੇ ਮੌਤ ਤੋਂ ਡਰ ਕੇ ਲੁਕ ਰਹੇ ਨੇ, ਛਿਪ ਰਹੇ ਨੇ, ਇਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ, ਬਹਿਰੂਪੀਏ ਹੋ ਸਕਦੇ ਨੇ। ਇਹ ਨਿਸ਼ਾਨੀ ਇਹ ਸਿੱਖ ਨਹੀਂ ਦੱਸ ਰਹੇ, ਇਹ ਮੁਗਲ ਹਕੂਮਤ ਦੀ ਫੌਜਾਂ ਦੱਸ ਰਹੀਆਂ ਵੀ ਸਿੱਖ ਕਦੇ ਬਹਿਰੂਪੀਏ ਹੋ ਸਕਦੇ ਆ, ਇਹ ਲੁਕ ਰਹੇ ਆ, ਲੁਕ ਕੇ ਜਾਨ ਬਚਾ ਰਹੇ ਆ, ਇਸ ਕਰਕੇ ਸਿੱਖ ਨਹੀਂ ਜਾਪਦੇ। ਕਿਉਂਕਿ ਸਿੱਖ ਕਦੇ ਲੁਕਦੇ ਨਹੀਂ, ਸਿੱਖ ਕਦੇ ਮਰਨ ਤੋਂ ਡਰਦੇ ਨਹੀਂ, ਸਿੱਖ ਕਦੇ ਜੰਗਾਂ ਜੁੱਧਾਂ ਤੋਂ ਨਹੀਂ ਡਰਦੇ। ਖਾਲਸੋ ਸੋ ਜੋ ਦੰਗਾ ਮਚਾਵੇ। ਕਿਉਂਕਿ ਖਾਲਸੇ ਤੇ ਫਿਰ ਸਿਪਾਹੀਆਂ ਨੂੰ ਵੇਖ ਕੇ ਦੰਗਾ ਮਚਾਉਂਦੇ, ਪਰ ਇਹ ਤਾਂ ਫੌਜਾਂ ਨੂੰ ਵੇਖ ਕੇ ਝਾੜੀਆਂ ਵਿੱਚ ਲੁਕ ਰਹੇ ਨੇ। ਖਾਲਸਾ ਸੋ ਜੋ ਸੀਸ ਲਗਾਵੇ। ਗੁਰੂ ਕੇ ਸਿੱਖ ਤਾਂ ਸਿਰ ਕੁਰਬਾਨ ਕਰ ਦਿੰਦੇ ਆ, ਪਰ ਗੁਰੂ ਦੀ ਦਿੱਤੀ ਦਸਤਾਰ ਨੀਵੀਂ ਨਹੀਂ ਹੋਣ ਦਿੰਦੇ। ਇਹ ਗੁਰੂ ਕੇ ਸਿੱਖਾਂ ਦਾ ਆਚਰਣ ਮੁਗਲ ਹਕੂਮਤ ਦੀਆਂ ਫੌਜਾਂ ਦੱਸ ਰਹੀਆਂ। ਇਹ ਖਾਲਸਾ ਜੀ ਗੁਰੂ ਕੇ ਸਿੱਖਾਂ ਦਾ ਆਚਰਣ ਹੈ। ਦੋਹਰਾ ਬੋਤਾ ਸਿੰਘ ਨੇ ਜੋ ਸੁਣੀ ਰਹਿਓ ਤਾਂ ਹੀ ਖਲੋਏ। ਜਦੋਂ ਬਾਬਾ ਬੋਤਾ ਸਿੰਘ ਹੋਣਾ ਇਹ ਬਚਨ ਸੁਣਿਆ ਵੀ ਸਾਨੂੰ ਬਹਿਰੂਪੀਏ ਕਹਿੰਦੇ ਆ, ਇਹ ਗੱਲਾਂ ਕਰ ਰਹੇ ਵੀ ਸਿੱਖ ਮਰਨ ਤੋਂ ਨਹੀਂ ਡਰਦੇ, ਤੇ ਜਿਹੜੇ ਮੌਤ ਤੋਂ ਡਰ ਕੇ ਲੁਕ ਰਹੇ ਨੇ ਇਹ ਬਹਿਰੂਪੀਏ ਹੋਣਗੇ। ਕਹਿੰਦੇ ਬਾਬਾ ਬੋਤਾ ਸਿੰਘ ਜੀ ਬੜੇ ਵੀਰ ਰਸ ਵਿੱਚ ਖੜੇ ਹੋ ਗਏ। ਜਨ ਬਿਛੂ ਕੋ ਡੰਕ ਲਗਿਓ ਲੱਗੀ ਬੋਲੀ ਸਿੰਘ ਸੋਏ। ਖਾਲਸਾ ਜੀ ਇਸ ਤਰ੍ਹਾਂ ਖੜੇ ਹੋਏ ਇੱਕੋ ਦਮ, ਕਹਿੰਦੇ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ ਤੇ ਬੰਦਾ ਇੱਕੋ ਦਮ ਖੜਾ ਹੋ ਜਾਂਦਾ। ਕਹਿੰਦੇ ਇਸ ਤਰ੍ਹਾਂ ਬਾਬਾ ਬੋਤਾ ਸਿੰਘ ਜੀ ਨੂੰ ਉਹਨਾਂ ਦੀਆਂ ਗੱਲਾਂ ਉਹ ਸੀਨੇ ਦੇ ਵਿੱਚ ਇਸ ਤਰ੍ਹਾਂ ਵੱਜੀਆਂ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਚੌਪਈ ਸਿੰਘ ਚਿੱਤ ਜਾ ਨਿਸ਼ਚੈ ਧਾਰੀ। ਤੇ ਬਾਬਾ ਬੋਤਾ ਸਿੰਘ ਹੋਣਾ ਫਿਰ ਮਨ ਵਿੱਚ ਇੱਕ ਫੈਸਲਾ ਧਾਰ ਲਿਆ। ਸੀਸ ਲਗੇ ਬਿਨ ਗੱਲ ਨਹਿ ਕਾਰੀ। ਬਾਬਾ ਬੋਤਾ ਸਿੰਘ ਹੋਣੀ ਕਹਿਣ ਲੱਗੇ ਵੀ ਹੁਣ ਤਾਂ ਸਿਰ ਧੜ ਦੀ ਬਾਜੀ ਲਾਵਾਂਗੇ ਤੇ ਇਹਨਾਂ ਦੇ ਮੂੰਹ ਭੰਨਾਂਗੇ ਤੇ ਇਹਨਾਂ ਨੂੰ ਦੱਸਾਂਗੇ ਵੀ ਸਿੱਖ ਹਜੇ ਮਰੇ ਨਹੀਂ, ਜਿਉਂਦੇ ਨੇ। ਸੀਸ ਲਗਾਏ ਚਰਚਾ ਹੋਏ। ਤੇ ਜਦੋਂ ਸਿਰ ਧੜ ਦੀ ਬਾਜੀ ਲਾ ਕੇ ਦੁਸ਼ਟਾਂ ਦਾ ਮੂੰਹ ਭੰਨਾਂਗੇ ਤੇ ਫਿਰ ਦੁਬਾਰਾ ਫਿਰ ਚਰਚਾ ਹੋਣ ਲੱਗ ਪਵੇਗੀ ਵੀ ਸਿੱਖ ਫਿਰ ਪ੍ਰਗਟ ਹੋ ਗਏ। ਜਗ ਜੋ ਜਾਣੇ ਖਾਲਸੋ ਸੋਏ। ਤੇ ਸਾਰਾ ਜਗਤ ਜਾਣ ਲਵੇਗਾ ਵੀ ਇਹ ਖਾਲਸੇ ਹਜੇ ਜਿਉਂਦੇ ਨੇ। ਅਬ ਇਹਾਂ ਕਿਛ ਦੰਗਾ ਮਚਾਈਏ। ਤੇ ਬਾਬਾ ਬੋਤਾ ਸਿੰਘ ਹੋਣੀ ਕਹਿਣ ਲੱਗੇ ਗਰਜਾ ਸਿਆਂ ਫੜ ਸਲੋਤਰ, ਇਸ ਧਰਤੀ ਤੇ ਥੋੜਾ ਜਿਹਾ ਦੰਗਾ ਮਚਾਈਏ। ਤੁਰਕਨ ਸਿਰ ਦਾ ਝੂਠੇ ਕਰਾਈਏ। ਤੇ ਇਹਨਾਂ ਤੁਰਕਾਂ ਦੇ ਨਾਲ ਸਿਰ ਧੜ ਦੀ ਬਾਜੀ ਲਾ ਕੇ ਸਿਰ ਕੁਰਬਾਨ ਕਰਕੇ ਇਹਨਾਂ ਤੁਰਕਾਂ ਨੂੰ ਝੂਠਾ ਪਾ ਦਈਏ ਵੀ ਸਿੱਖ ਮਰ ਗਏ। ਸਿੱਖ ਮਰੇ ਨਹੀਂ, ਸਿੱਖ ਤਾਂ ਜਿਉਂਦੇ ਨੇ। ਫਿਰ ਖਾਲਸੇ ਕੀ ਚਰਚਾ ਹੋਏ। ਤੇ ਜਦੋਂ ਸਿਰ ਧੜ ਦੀ ਬਾਜੀ ਲਾਵਾਂਗੇ ਦੁਬਾਰਾ ਫਿਰ ਖਾਲਸੇ ਦੀ ਚਰਚਾ ਹੋਣ ਲੱਗ ਜਾਵੇਗੀ। ਬਾਦਸ਼ਾਹੀ ਦਾਵਾ ਚਾਹੇ ਸੁਜੋਏ। ਕਿਉਂਕਿ ਜਦੋਂ ਸਿਰ ਧੜ ਦੀ ਬਾਜੀ ਲਾਵਾਂਗੇ ਤੇ ਜਦੋਂ ਸਾਡਾ ਖੂਨ ਧਰਤੀ ਤੇ ਡੁੱਲੇਗਾ, ਦੁਬਾਰਾ ਫਿਰ ਆਉਣ ਵਾਲੀਆਂ ਨਸਲਾਂ ਦੇ ਅੰਦਰ ਪਾਤਸ਼ਾਹੀ ਦਾ ਦਾਵਾ ਮੁੜ ਸੁਰਜੀਤ ਹੋ ਜਾਵੇਗਾ। ਦੋਹਰਾ ਰਾਏ ਸਰਾਏ ਡੇਰਾ ਦਿਓ ਚੌਤਰ ਫੋਲੀਓ ਬਣਾਏ। ਜਿੱਥੇ ਨੂਰਦੀਨ ਦੀ ਸਰਾਂ ਸੀ, ਕਹਿੰਦੇ ਉੱਥੇ ਖਾਲਸਾ ਜੀ ਫਿਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣਾ ਨੇ ਨਾ ਡੇਰਾ ਲਾ ਲਿਆ। ਤੇ ਕਹਿੰਦੇ ਚਾਰੇ ਪਾਸੇ ਲੱਕੜਾਂ ਗੱਡ ਲੀਆਂ, ਲੱਕੜਾਂ ਦੇ ਸਲੋਤਰ ਗੱਡ ਲਏ। ਲੜਕਨ ਜੈਸੀ ਖੇਲ ਜਿਉਂ ਗਿਆ ਧਰਾਇਓ ਨਾਹੀਂ। ਤੇ ਖਾਲਸਾ ਜੀ ਜਿਵੇਂ ਛੋਟੇ ਛੋਟੇ ਬੱਚੇ ਜਦੋਂ ਖੇਡਾਂ ਕਰਦੇ ਤੇ ਆਲੇ ਦੁਆਲੇ ਉਹ ਲੱਕੜਾਂ ਖੜੀਆਂ ਕਰਕੇ ਕਹਿੰਦੇ ਵੀ ਕਿਲਾ ਬਣਾ ਲਿਆ। ਕਹਿੰਦੇ ਇਸ ਤਰ੍ਹਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣਾ ਨੇ ਲੱਕੜਾਂ ਵੱਢ ਕੇ ਕਹਿੰਦੇ ਚਾਰੋਂ ਤਰਫ ਲੱਕੜਾਂ ਗੱਡ ਦਿੱਤੀਆਂ। ਤੇ ਬਾਬਾ ਬੋਤਾ ਸਿੰਘ ਕਹਿੰਦੇ ਗਰਜਾ ਸਿੰਘ ਆ ਵੇਖ, ਕਹਿੰਦੇ ਆਪਣਾ ਗੁਰੂ ਕੇ ਖਾਲਸੇ ਦਾ ਕਿਲਾ ਤਿਆਰ ਹੋ ਗਿਆ। ਜੋ ਪਈ ਬੈਠ ਸਿੰਘ ਤੈ ਜਗਾਤ ਲਗਾਈ। ਖਾਲਸਾ ਜੀ ਉੱਥੇ ਫਿਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣੀ ਗੜ ਗਏ ਤੇ ਦੋਵੇਂ ਗੁਰੂ ਕੇ ਸਿੱਖਾਂ ਨੇ ਨਿਸ਼ਾਨ ਗੜ ਦਿੱਤਾ ਤੇ ਐਲਾਨ ਕਰ ਦਿੱਤਾ ਵੀ ਹੁਣ ਇੱਥੋਂ ਜਿਹੜਾ ਵੀ ਲੰਘੇਗਾ ਖਾਲਸੇ ਨੂੰ ਟੈਕਸ ਦੇ ਕੇ ਨਜ਼ਰਾਨਾ ਦੇ ਕੇ ਲੰਘੇਗਾ। ਦੂਜੇ ਸਿੰਘ ਰੰਗੜੇਟੋ ਭਿਓਆ। ਜਿਹੜੇ ਬਾਬਾ ਗਰਜਾ ਸਿੰਘ ਇਹ ਰੰਗਰੇਟੇ ਗੁਰੂ ਕੇ ਬੇਟੇ, ਰੰਗਰੇਟੇ ਗੁਰੂ ਕੇ ਸਿੱਖ ਨੇ।
ਦੋ ਨਰੋਲਾ ਦਿਓ ਮਚਾਏ। ਦੋਵਾਂ ਨੇ ਨਿਸ਼ਾਨ ਸਾਹਿਬ ਗੱਡ ਕੇ ਉਸ ਧਰਤੀ ਤੇ ਜਕਾਰੇ ਗਜਾ ਕੇ ਐਲਾਨ ਕਰ ਦਿੱਤਾ ਵੀ ਜਿੰਨੇ ਵੀ ਨਾ ਰਾਹਾਂ ਤੋਂ ਲੰਘਣਾ ਆ ਖਾਲਸੇ ਦੀ ਸਰਕਾਰ ਇੱਥੇ ਕਾਇਮ ਹੈ, ਖਾਲਸਿਆਂ ਦਾ ਤਖਤ ਕਾਇਮ ਹੈ। ਹੁਣ ਨਜ਼ਰਾਨਾ ਦੇ ਕੇ ਟੈਕਸ ਦੇ ਕੇ ਹੀ ਲੰਘ ਸਕੋਗੇ। ਖਬਰ ਹੋਰ ਜਿਮ ਪੁੱਜੇ ਜਾਏ। ਉੱਥੇ ਟੈਕਸ ਲਾਉਣ ਦਾ ਇੱਕ ਕਾਰਨ ਸੀ ਵੀ ਜਦੋਂ ਆਉਂਦੇ ਜਾਂਦੇ ਰਾਹੀ ਨਜ਼ਰਾਨਾ ਟੈਕਸ ਦੇ ਕੇ ਜਾਣਗੇ ਸਿੱਖਾਂ ਨੂੰ, ਲਾਹੌਰ ਸਰਕਾਰ ਨੂੰ ਵੀ ਜਾ ਕੇ ਖਬਰ ਹੋਵੇਗੀ ਵੀ ਸਿੱਖ ਅਜੇ ਜਿਉਂਦੇ ਨੇ, ਤੇ ਫਿਰ ਲਾਹੌਰ ਸਰਕਾਰ ਫੌਜਾਂ ਭੇਜੇਗੀ। ਇਹਨੂੰ ਕਹਿੰਦੇ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾ ਹਰ ਕੇ ਦਵਾਰ। ਇਹ ਹੈ ਮਰਨ ਦਾ ਚਾਅ ਵੀ ਜਦੋਂ ਕਿਸੇ ਨੇ ਕਿਹਾ ਵੀ ਸਿੱਖ ਨਹੀਂ ਜਾਪਦੇ ਬਹਿਰੂਪੀਏ ਜਾਪਦੇ ਆ, ਇਹ ਸੀ ਸਾਡੇ ਸਿੱਖਾਂ ਦੀ ਖਾਲਸਿਆਂ ਦੀ ਅਣਖ। ਉਸੇ ਵਕਤ ਨਿਸ਼ਾਨ ਸਾਹਿਬ ਚਲਾ ਕੇ ਨਜ਼ਰਾਨਾ ਲੈਣਾ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਵੀ ਲਾਹੌਰ ਦਰਬਾਰ ਨੂੰ ਪਤਾ ਲੱਗ ਜਾਵੇ ਵੀ ਸਿੱਖ ਮਰੇ ਨਹੀਂ, ਸਿੱਖਾਂ ਨੂੰ ਮਾਰਨ ਵਾਲੇ ਖੁਦ ਮਰ ਜਾਂਦੇ ਆ, ਪਰ ਸਿੱਖਾਂ ਦੇ ਨਿਸ਼ਾਨ ਅੱਜ ਵੀ ਝੁੱਲ ਰਹੇ ਨੇ। ਦੋਹਰਾ ਔਰ ਚਿੱਠੀ ਤੀ ਤਿੰਨ ਲਿਖੀ, ਜੋ ਸੁਨ ਨਵਾਬ ਜਲ ਜਾਏ। ਜਦੋਂ ਲੰਮਾ ਸਮਾਂ ਨਜ਼ਰਾਨਾ ਲੈਂਦੇ ਰਹੇ, ਟੈਕਸ ਲੈਂਦੇ ਰਹੇ, ਫੌਜਾਂ ਨਾ ਆਈਆਂ, ਹਕੂਮਤ ਨੂੰ ਪਤਾ ਨਾ ਲੱਗਾ। ਫਿਰ ਕਹਿੰਦੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਵੀ ਹਕੂਮਤ ਵਿੱਚ ਤੇ ਕੋਈ ਹਲਚਲ ਹੋਈ ਨਹੀਂ, ਕਿਉਂ ਨਾ ਆਪਾਂ ਇੱਕ ਚਿੱਠੀ ਲਿਖ ਕੇ ਭੇਜੀਏ। ਜਦੋਂ ਚਿੱਠੀ ਨਵਾਬ ਪੜ੍ਹੇਗਾ ਅੰਦਰ ਤੱਕ ਸੜ ਜਾਵੇਗਾ। ਚੜੇ ਫੌਜ ਜਿਮ ਤੁਰਤ ਹੀ, ਕਛੂ ਨਾ ਦੇਰ ਲਗਾਏ। ਇਹੋ ਜਿਹੀ ਚਿੱਠੀ ਦੇ ਵਿੱਚ ਬੋਲ ਲਿਖੀਏ ਵੀ ਨਵਾਬ ਪੜ੍ਹਦੇ ਸਾਰੀ ਫੌਜਾਂ ਚਾੜ ਕੇ ਭੇਜ ਦਵੇ। ਚੌਪਈ ਚਿੱਠੀ ਲਿਖੇ ਜੋ ਸਿੰਘ ਬੋਤਾ। ਹੁਣ ਚਿੱਠੀ ਦੱਸਦੇ ਵੀ ਬਾਬੇ ਬੋਤਾ ਸਿੰਘ ਨੇ ਫਿਰ ਚਿੱਠੀ ਕੀ ਲਿਖੀ। ਹੁਣ ਕਹਿੰਦੇ ਬਾਬਾ ਬੋਤਾ ਸਿੰਘ ਜੀ ਨੇ ਚਿੱਠੀ ਲਿਖੀ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਿਆ ਵੀ ਮੈਂ ਬੋਤਾ ਸਿੰਘ, ਗੁਰੂ ਕਾ ਨਿਹੰਗ ਸਿੰਘ, ਤੈਨੂੰ ਚਿੱਠੀ ਲਿਖ ਰਿਹਾ, ਖਬਰਦਾਰ ਹੋ ਜਾ। ਹੱਥ ਹੈ ਸੋਟਾ ਵਿੱਚ ਰਹਾ ਖੜੋਤਾ। ਆ ਮੇਰੇ ਹੱਥ ਦੇ ਵਿੱਚ ਮੋਟਾ ਸਲੋਤਰ ਹੈ, ਤੇ ਜਦੋਂ ਤੂੰ ਮੇਰੇ ਸਾਹਮਣੇ ਆਇਆ ਇਹ ਸਲੋਤਰ ਦੇ ਨਾਲ ਤੇਰੀ ਚੰਗੀ ਸੇਵਾ ਹੋਣੀ ਆ ਮੈਂ ਨੂਰਦੀਨ ਸਰਾਂ ਦੇ ਰਾਹ ਵਿੱਚ ਖੜਾ, ਜੇ ਹਿੰਮਤ ਹੈ ਆ ਕੇ ਗੁਰੂ ਕੇ ਸਿੱਖ ਨੂੰ ਹਿਲਾ ਕੇ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ। ਕਹਿੰਦੇ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਵੀ ਜਿਹੜਾ ਕੋਈ ਗੱਡੇ ਲੈ ਕੇ ਲੰਘੇਗਾ ਉਹਨੂੰ ਤੇ ਲਾਇਆ 1 ਪੈਸਾ ਟੈਕਸ, ਤੇ ਜਿਹੜਾ ਖਾਲਸਾ ਜੀ ਕਹਿੰਦੇ ਵੀ 4 ਪੈਸੇ ਉਹਨੂੰ ਲਾ ਦਿੱਤੇ ਜਿਹੜਾ ਗਧਿਆਂ ਨੂੰ ਲੱਦ ਕੇ ਖਜ਼ਾਨੇ ਲੈ ਕੇ ਜਾਵੇਗਾ। ਇਸ ਤਰ੍ਹਾਂ ਕਹਿੰਦੇ ਗੁਰੂ ਕਿਆਂ ਸਿੱਖਾਂ ਨੇ ਖਾਲਸਾ ਜੀ ਉੱਥੇ ਫਿਰ ਸਰਕਾਰ ਨੂੰ ਹਿਲਾਉਣ ਵਾਸਤੇ ਟੈਕਸ ਲਾ ਦਿੱਤਾ। ਤੇ ਬਾਬਾ ਬੋਤਾ ਸਿੰਘ ਦੱਸਦੇ ਨਵਾਬ ਨੂੰ ਵੀ ਆ ਮੈਂ ਨਜ਼ਰਾਨੇ ਲਾਏ, ਗੱਡੇ ਵਾਲੇ ਨੂੰ 1 ਆਨਾ, ਤੇ ਜਿੰਨੇ ਖੋਤਿਆਂ ਦੇ ਉੱਤੇ ਖਜ਼ਾਨਾ ਲੱਦਿਆ ਉਹਨੂੰ 4 ਪੈਸੇ ਨਜ਼ਰਾਨਾ ਲਾਇਆ ਹੈ। ਆਖੋ ਭਾਬੀ ਖਾਨੋ ਨੂੰ ਯੋ ਆਖੇ ਸਿੰਘ ਬੋਤਾ। ਭਾਬੀ ਖਾਨੋ ਨੂੰ ਖਾਲਸਾ ਜੀ ਜਿਹੜੀ ਨਵਾਬ ਦੀ ਭੈਣ ਸੀ ਨਾ, ਕਹਿੰਦੇ ਉਹ ਬਾਬੇ ਬੋਤਾ ਸਿੰਘ ਹੋਣਾ ਦੇ ਪਿੰਡ ਦੇ ਵਿੱਚ ਫਰਜ਼ੁੱਲਾ ਖਾਂ ਸੀ, ਉਹਦੇ ਵੱਲ ਵਿਆਹੀ ਹੋਈ ਸੀ। ਤੇ ਕਹਿੰਦੇ ਬਾਬੇ ਬੋਤਾ ਸਿੰਘ ਨੇ ਫਿਰ ਕਰ ਦਿੱਤੀ ਟੀਚਰ, ਕਹਿੰਦੇ ਆਪਣੀ ਭੈਣ ਨੂੰ ਦੱਸਦੀ ਭਾਬੋ ਖਾਨੋ ਨੂੰ ਵੀ ਤੇਰਾ ਦਿਓਰ ਰਾਹ ਵਿੱਚ ਖੜਾ ਟੈਕਸ ਲਾਉਣ ਲਈ, ਜੇ ਹਿੰਮਤ ਹੈ ਤੇ ਹੁਣ ਸਿਰਾਂ ਦੇ ਮੁੱਲ ਲਾਏ। ਕਿਉਂਕਿ ਕਹਿੰਦੇ ਜਿਹੜੀ ਇਹ ਸੀ ਨਾ ਉਹਦੀ ਭੈਣ, ਇਹਨੇ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਪਾਪ ਕੀਤਾ ਸੀ, ਇਹਨੇ ਬੱਚੇ ਵੀ ਨਹੀਂ ਛੱਡੇ, ਬੱਚਿਆਂ ਨੂੰ ਵੀ ਮਾਰ ਮੁਕਾਇਆ, ਇਹਨੇ ਬਹੁਤ ਜ਼ਿਆਦਾ ਅਤਿਆਚਾਰ ਸਿੱਖਾਂ ਤੇ ਕੀਤਾ। ਤੇ ਹੁਣ ਬਾਬਾ ਬੋਤਾ ਸਿੰਘ ਕਹਿੰਦੇ ਵੀ ਕਹਿ ਦੀ ਭਾਬੋ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ, ਆ ਮੈਂ ਰਾਹ ਵਿੱਚ ਖੜਿਆ, ਜੇ ਹਿੰਮਤ ਹੈ ਤੇ ਹਿਲਾ ਕੇ ਵਿਖਾ। ਦੋਹਰਾ ਖਾਨ ਬਹਾਦਰ ਨਵਾਬ ਕੀ ਖਾਨੋ ਵੱਡੀ ਸੋ ਭੈਣ। ਕਹਿੰਦੇ ਖਾਨ ਬਹਾਦਰ ਜਿਹੜਾ ਨਵਾਬ ਸੀ ਉਹਦੀ ਵੱਡੀ ਭੈਣ ਖਾਨੋ, ਉਹਦਾ ਨਾਮ ਸੀ ਖਾਨੋ। ਉਹ ਵੱਡੀ ਭੈਣ ਬਾਬੇ ਬੋਤਾ ਸਿੰਘ ਹੋਣਾ ਦੇ ਪਿੰਡ ਵਿੱਚ ਵਿਆਹੇ ਸੀ। ਇਸ ਤਰ੍ਹਾਂ ਬਾਬੇ ਬੋਤਾ ਸਿੰਘ ਨੇ ਫਿਰ ਚਿੱਠੀ ਲਿਖ ਕੇ ਭੇਜੀ ਵੀ ਤੂੰ ਹੈ ਨਲਾਇਕ ਖੋਤਾ, ਤੇਰੇ ਤੋਂ ਰਾਜ ਨਹੀਂ ਹੈ ਹੋਤਾ, ਵੀ ਨਵਾਬਾ ਤੂੰ ਨਲਾਇਕ ਖੋਤੇ ਵਰਗਾ, ਤੇਰੇ ਤੋਂ ਰਾਜ ਨਹੀਂ ਹੁੰਦਾ। ਆ ਗੁਰੂ ਕੇ ਖਾਲਸੇ ਜਿਉਂਦੇ ਜਾਗਦੇ ਰਾਹ ਵਿੱਚ ਖੜੇ ਆ, ਜੇ ਹਿੰਮਤ ਹੈ ਆ ਕੇ ਮੁਕਾਬਲਾ ਕਰ। ਫਰਜੁੱਲਾ ਖਾਂ ਕੀ ਇਸਤਰੀ ਖਾਲਸੇ ਬੜ ਦੁੱਖ ਦੇਣ। ਹੁਣ ਭਾਈ ਰਤਨ ਸਿੰਘ ਭੰਗੂ ਦੱਸਦੇ ਵੀ
ਦੀ ਭੈਣ ਨੇ ਖਾਲਸਿਆਂ ਨੂੰ ਸਿੱਖਾਂ ਨੂੰ ਬਹੁਤ ਦੁਖੀ ਕੀਤਾ ਸੀ। ਚੌਪਈ ਖਾਨੋਂ ਸੁਣਦਾ ਹੀ ਫੌਜ ਚੜਾਏ। ਜਦੋਂ ਖਾਨ ਬਹਾਦਰ ਨੇ ਚਿੱਠੀ ਪੜ੍ਹੀ ਬੜੇ ਗੁੱਸੇ ਵਿੱਚ ਆਇਆ, ਕਹਿੰਦਾ ਜਾਓ ਜਾ ਕੇ ਉਹਨਾਂ ਸਿੱਖਾਂ ਨੂੰ ਪਕੜ ਕੇ ਲਿਆਓ। ਸੋ ਸਿੰਘਨ ਟਿਕ ਪਹੁੰਚੀ ਆਏ। ਹੁਣ ਫੌਜਾਂ ਪਹੁੰਚ ਗਈਆਂ ਗੁਰੂ ਕਿਆਂ ਸਿੱਖਾਂ ਵੱਲ। ਖੜੇ ਸਿੰਘ ਇੱਕ ਥੋ ਥਿਰ ਥਾਏ। ਹੁਣ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣੀ ਉਹ ਚਰਸਤੇ ਦੇ ਵਿੱਚ ਖੜੇ ਹੋਏ ਨੇ। ਦੂਜੋ ਚਲਿਓ ਥੋ ਰਮਣੇ ਅਦਾਏ। ਤੇ ਬਾਬਾ ਬੋਤਾ ਸਿੰਘ ਹੋਣਾ ਨੂੰ ਬਾਬਾ ਗਰਜਾ ਸਿੰਘ ਕਹਿੰਦੇ ਵੀ ਮੈਂ ਥੋੜਾ ਜਿਹਾ ਗੇੜਾ ਲਾ ਕਰਕੇ ਆਇਆ। ਦੇਖ ਫੌਜ ਮੁੜੇ ਆਇਓ ਸੋਏ। ਤੇ ਜਦੋਂ ਬਾਬੇ ਗਰਜਾ ਸਿੰਘ ਹੋਣੀ ਸ਼ਹਿਰ ਵੱਲ ਨੂੰ ਗਏ ਤੇ ਵੇਖਿਆ ਵੀ ਫੌਜਾਂ ਚੜ ਕੇ ਆ ਰਹੀਆਂ ਨੇ। ਲਲਕਾਰੋ ਦੀਨ ਗੁਰ ਫਤਿਹ ਬੁਲਾਏ। ਤੇ ਬਾਬਾ ਬੋਤਾ ਸਿੰਘ ਨੂੰ ਦੱਸਿਆ ਵੀ ਫੌਜਾਂ ਆ ਗਈਆਂ। ਤੇ ਬਾਬਾ ਬੋਤਾ ਸਿੰਘ ਨੂੰ ਚਾਅ ਚੜ ਗਿਆ ਵੀ ਜਿਹੜੇ ਸਮੇਂ ਦੀ ਉਡੀਕ ਕਰਦੇ ਸੀ ਉਹ ਸਮਾਂ ਤੇ ਆ ਗਿਆ। ਕਹਿੰਦੇ ਆ ਫੌਜਾਂ ਕਿੱਧਰ ਨੂੰ ਜਾ ਰਹੀਆਂ, ਇਹਨਾਂ ਨੂੰ ਪਤਾ ਨਹੀਂ ਵੀ ਗੁਰੂ ਕੇ ਸਿੱਖਾਂ ਨੇ ਨਜ਼ਰਾਨਾ ਇੱਥੇ ਲਿਆ। ਤੇ ਕਹਿੰਦੇ ਬਾਬਾ ਬੋਤਾ ਸਿੰਘ ਜੀ ਕਹਿੰਦੇ ਗਰਜਾ ਸਿਆ ਲਿਆ ਫਿਰ ਇੱਕ ਚੜ੍ਹਦੀ ਕਲਾ ਨਾਲ ਜਕਾਰਾ ਗਜਾਈਏ ਤੇ ਜਕਾਰਾ ਗਜਾ ਕੇ ਇਹਨਾਂ ਫੌਜਾਂ ਨੂੰ ਦਸੀਏ ਵੀ ਕਿੱਧਰ ਭੁੱਲੇ ਫਿਰਦੇ ਹੋ। ਗੁਰੂ ਕੇ ਲਾਲ ਤੇ ਆ ਚਰਸਤੇ ਵਿੱਚ ਖੜੇ ਇਹ ਬਹਾਦਰੀ, ਇਹ ਖਾਲਸਾ ਜੀ ਸੂਰਮਤਾਈ ਵੀ ਸਾਹਮਣੇ ਫੌਜਾਂ ਨੇ। ਪਤਾ ਹੈ ਹਮਲਾ ਹੋਵੇਗਾ ਮਰਾਂਗੇ ਪਰ ਫਿਰ ਵੀ ਮਰਨ ਤੋਂ ਨਹੀਂ ਡਰ ਰਹੇ। ਦੋ ਗੁਰੂ ਕੇ ਸਿੱਖ ਹੱਥ ਵਿੱਚ ਸਲੋਤਰ ਪਕੜ ਕੇ ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾ ਕੇ ਫੌਜਾਂ ਨੂੰ ਲਲਕਾਰ ਮਾਰਦੇ ਨੇ। ਇਹ ਮਦੋ ਸਿੰਘ ਭਏ ਤਿਆਰ। ਇਸ ਤਰ੍ਹਾਂ ਕਹਿੰਦੇ ਜਕਾਰੇ ਗਜਾਏ ਤੇ ਦੋਵੇਂ ਗੁਰੂ ਕੇ ਸਿੱਖਾਂ ਨੇ ਹੱਥਾਂ ਵਿੱਚ ਸਲੋਤਰ ਪਕੜ ਕੇ ਤਿਆਰ ਹੋ ਗਏ। ਹੱਥ ਵਿੱਚ ਸੋਟਾ ਗਲ ਤਲਵਾਰ। ਇੱਕ ਇੱਕ ਹੱਥ ਵਿੱਚ ਸਲੋਤਰ ਤੇ ਗਾਤਰਿਆਂ ਵਿੱਚ ਗੁਰੂ ਕੇ ਸਿੱਖਾਂ ਨੇ ਵੱਡੀਆਂ ਸ਼੍ਰੀ ਸਾਹਿਬਾਂ ਕਿਰਪਾਨਾਂ ਪਾਈਆਂ। ਦੂਜੇ ਹੱਥ ਨੇਜਾ ਇੱਕ ਫਲਾ। ਤੇ ਖਾਲਸਾ ਜੀ ਜਿਹੜਾ ਦੂਜਾ ਹੱਥ ਖਾਲੀ ਸੀ ਉਹਦੇ ਵਿੱਚ ਗੁਰੂ ਕੇ ਸਿੱਖਾਂ ਨੇ ਬਰਛੇ ਪਕੜੇ ਹੋਏ। ਕਿਲੇ ਬਾਹਰ ਸਿੰਘ ਨਿਕਲ ਖੜਾ। ਹੁਣ ਜਿਹੜਾ ਕਿਲਾ ਬਣਾਇਆ ਗੁਰੂ ਕੇ ਸਿੱਖਾਂ ਨੇ ਲੱਕੜਾਂ ਕੱਟ ਕੇ ਆਲੇ ਦੁਆਲੇ ਗੱਡ ਦਿੱਤੀਆਂ ਵੀ ਇਹ ਗੁਰੂ ਕੇ ਖਾਲਸੇ ਦਾ ਕਿਲਾ। ਕਹਿੰਦੇ ਹੁਣ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵੇਖੋ ਕੈਸੀ ਮਸਤੀ ਹੋਵੇਗੀ ਉਹਨਾਂ ਦੇ ਅੰਦਰ, ਕੈਸਾ ਬਹਾਦਰੀ ਕੈਸੀ ਸੂਰਮਤਾਈ ਹੋਵੇਗੀ, ਕਿੰਨੀ ਚੜ੍ਹਦੀ ਕਲਾ ਹੋਵੇਗੀ ਵੀ ਲੱਕੜਾਂ ਕੱਟ ਕੇ ਲਾਈਆਂ। ਤੇ ਬਾਬਾ ਬੋਤਾ ਸਿੰਘ ਕਹਿੰਦੇ ਵੀ ਆਹ ਕਿਲੇ ਤੋਂ ਬਾਹਰ ਹੋ ਕੇ ਮੁਕਾਬਲਾ ਕਰੀਏ। ਇਹ ਚੜ੍ਹਦੀ ਕਲਾ ਸੀ। ਅੱਜ ਸਾਰਾ ਕੁਝ ਹੈ ਫਿਰ ਵੀ ਆਪਾਂ ਕਹਿੰਦੇ ਮਾਰੇ ਹੀ ਪਏ ਆ, ਦੁਖੀ ਆ, ਪਰ ਇਹ ਚੜ੍ਹਦੀ ਕਲਾ ਆਪਣੇ ਵੱਡੇ ਵਡੇਰਿਆਂ ਤੋਂ ਸਿੱਖੀਏ। ਬਾਬਾ ਬੋਤਾ ਸਿੰਘ ਕਹਿੰਦੇ ਆ ਗਰਜਾ ਸਿਆ ਚੱਲ ਕਿਲੇ ਤੋਂ ਬਾਹਰ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ। ਤਬ ਤੁਰਕਨ ਜੋ ਬਚਨ ਪੁਕਾਰੇ। ਤੇ ਤੁਰਕਾਂ ਨੂੰ ਫਿਰ ਲਲਕਾਰ ਕੇ ਬਾਬਾ ਬੋਤਾ ਸਿੰਘ ਨੇ ਬਚਨ ਕੀਤਾ, ਲਰਨਾ ਮਰੋ ਸਿੰਘ ਚੱਲ ਹਮ ਨਾਰੇ। ਬਾਬਾ ਬੋਤਾ ਸਿੰਘ ਕਹਿੰਦੇ ਆ ਗੁਰੂ ਕੇ ਲਾਲ ਖੜੇ ਇੱਧਰ ਆ ਕੇ ਦੋ ਦੋ ਹੱਥ ਕਰੋ। ਤੇ ਜਿਹੜਾ ਫੌਜਦਾਰ ਸੀ ਉਹਨੇ ਪਹਿਲਾਂ ਸੋਚਿਆ ਵੀ ਇਹ ਦੋ ਕੇ ਹੈਗੇ ਇਹਨਾਂ ਨਾਲ ਕੀ ਲੜਨਾ। ਕਹਿੰਦਾ ਕਿਉਂ ਲੜ ਕੇ ਆਪਣੀ ਜਾਨ ਗਵਾਉਂਦੇ ਹੋ, ਆਓ ਮੇਰੇ ਨਾਲ ਚੱਲੋ। ਤੈਨੂੰ ਲੈ ਸੰਗ ਨਵਾਬ ਮਿਲਾਉਂ। ਫੌਜਦਾਰ ਕਹਿੰਦਾ ਮੈਂ ਤੈਨੂੰ ਨਵਾਬ ਨਾਲ ਮਿਲਾਵਾਂਗਾ, ਜੇ ਤੁਹਾਡੀ ਕੋਈ ਮੰਗ ਹੈ ਆਪਣੀ ਮੰਗ ਪੂਰੀ ਕਰਵਾ ਲਿਓ। ਜਾਂ ਬਖਸ਼ੀ ਕਰ ਤੁਝੇ ਛਡਾਉਂ। ਤੇ ਮੈਂ ਤੇਰੀ ਜ਼ਿੰਦਗੀ ਵੀ ਤੈਨੂੰ ਦਵਾ ਦੇਵਾਂਗਾ, ਜਾਨ ਬਖਸ਼ਵਾ ਦੇਵਾਂਗਾ। ਸਿੰਘ ਕਹੀ ਹਮ ਕਬ ਜਾਨ ਬਚਾਵੇਂ। ਆ ਵੇਖੋ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸ਼ਹੀਦਾਂ ਨੂੰ ਨਮਸਕਾਰਾਂ ਤਾਂ ਹੁੰਦੀਆਂ ਉਹ ਵਿਕੇ ਨਹੀਂ, ਉਹ ਖਾਲਸਾ ਜੀ ਖਰੀਦੇ ਨਹੀਂ ਗਏ ਸਰਕਾਰਾਂ ਤੋਂ। ਅੱਜ ਇੱਕ ਅੱਧਾ ਅਹੁਦਾ ਮਿਲ ਜਾਵੇ ਤੇ ਬੰਦੇ ਭੱਜੇ ਜਾਂਦੇ ਆ, ਪਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਕਿਹਾ ਮੈਂ ਤੁਹਾਨੂੰ ਨਵਾਬ ਕੋਲ ਮਿਲਾਵਾਂਗਾ, ਜੋ ਮੰਗੋਗੇ ਮਿਲ ਜਾਵੇਗਾ। ਤੇ ਬਾਬਾ ਬੋਤਾ ਸਿੰਘ ਕਹਿੰਦੇ ਕਿਉਂ ਭੋਲੀਆਂ ਗੱਲਾਂ ਕਰਦਾ ਹੈ, ਹਮ ਤੋ ਮਰਨਾ ਆਪ ਤਕਾਵੇਂ। ਅਸੀਂ ਤਾਂ ਆਪ ਚਾਹੁੰਦੇ ਆ ਵੀ ਤੁਹਾਡੇ ਨਾਲ ਦੋ ਦੋ ਹੱਥ ਕਰਕੇ ਮਰੀਏ, ਕਿਉਂਕਿ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦਵਾਰ। ਅਸੀਂ ਤਾਂ ਇੱਥੇ ਅਤ ਹੀ ਰਣ ਮੈਂ ਤਬ ਜੂਝ ਮਰੋ, ਰਣ ਤੱਤੇ ਦੇ ਅੰਦਰ ਜੂਝ ਕੇ ਸ਼ਹੀਦੀਆਂ ਪਾਉਣ ਆਏ ਹਾਂ। ਦੋਹਰਾ ਹਮ ਸੋ ਲਰਨਾ ਚਬ ਕਰੋ, ਘੋੜੇ ਤੇ ਉਤਰਾਏ। ਛੇਤੀ ਕਰੋ, ਤਿਆਰੀ ਕਰੋ, ਘੋੜਿਆਂ ਤੋਂ ਉਤਰੋ, ਆਓ ਗੁਰੂ ਕੇ ਸਿੱਖਾਂ ਦੇ ਨਾਲ ਦੋ ਦੋ ਹੱਥ ਕਰੋ। ਤੁਮ ਹਥਿਆਰ ਜੋ ਹੱਥ ਰੱਖੋ, ਹਮ ਸੋਟੇ ਲਾਵੇਂ ਧਾਏ। ਠੀਕ ਆ ਤੁਹਾਡੇ ਕੋਲ ਬੰਦੂਕਾਂ ਆ, ਤੁਹਾਡੇ ਕੋਲ ਤੋਪਾਂ ਨੇ, ਤੁਹਾਡੇ ਕੋਲ ਵਧੀਆ ਹਥਿਆਰ ਨੇ, ਪਰ ਇੱਧਰ ਗੁਰੂ ਕੇ ਖਾਲਸੇ ਵੀ ਘੱਟ ਨਹੀਂ, ਸਾਡੇ ਕੋਲ ਵੀ ਗੁਰੂ ਦੇ ਬਖਸ਼ੇ ਵਧੀਆ ਵਧੀਆ ਸਲੋਤਰ ਨੇ। ਤੁਹਾਡੀਆਂ ਬੰਦੂਕਾਂ ਤੁਹਾਡੇ ਤੋਪਾਂ ਦਾ ਮੁਕਾਬਲਾ ਅਸੀਂ ਸਲੋਤਰਾਂ ਨਾਲ ਵੀ ਕਰ ਸਕਦੇ ਹਾਂ। ਜੋ ਪਈ ਦੇਖੋ ਸੋਟੇ
ਸੋ ਕਿਆ ਹਮ ਤੇ ਸਰੇ। ਬਾਬਾ ਬੋਤਾ ਸਿੰਘ ਜੀ ਕਹਿੰਦੇ ਭਾਵੇਂ ਸੋਟੇ ਹੀ ਆ, ਭਾਵੇਂ ਸਲੋਤਰ ਹੀ ਆ, ਪਰ ਜਿੰਨਾ ਵੀ ਸਰੂਗਾ ਤੁਹਾਡਾ ਚੰਗੀ ਤਰ੍ਹਾਂ ਸੋਧਾ ਲਾਵਾਂਗੇ। ਕਿਆ ਕਿਆ ਹਿੰਮਤ ਹਮ ਤੁਮ ਕਰੇ। ਤੇ ਬਾਬਾ ਬੋਤਾ ਸਿੰਘ ਕਹਿੰਦੇ ਆਓ ਪਤਾ ਲੱਗ ਜਾਵੇ ਜੰਗ ਦੇ ਮੈਦਾਨ ਵਿੱਚ ਵੀ ਕਿੰਨੀ ਕੇ ਹਿੰਮਤ ਤੁਹਾਡੇ ਅੰਦਰ ਹੈ ਤੇ ਕਿੰਨੀ ਕੇ ਸਾਡੇ ਅੰਦਰ ਹੈ। ਫਿਰ ਤੁਰਕ ਕਹੇ ਚੱਲ ਹਮਰੇ ਸਾਥ। ਤੇ ਫੌਜਦਾਰ ਕਹਿੰਦਾ ਵੀ ਇਹ ਲੱਗਦਾ ਮਸਤਾਨੇ ਨੇ, ਹੱਸ ਕੇ ਕਹਿੰਦਾ ਛੱਡੋ ਇਹ ਗੱਲਾਂ, ਮੇਰੇ ਨਾਲ ਚੱਲੋ, ਹਮ ਤੁਮੇ ਕਰਾਵੇਂ ਕਚਹਿਰੀ ਬਾਤ। ਮੈਂ ਤੁਹਾਡੀ ਕਚਹਿਰੀ ਵਿੱਚ ਜਾ ਕੇ ਸਿੱਧੀ ਗੱਲ ਕਰਾਵਾਂਗਾ। ਸਿੰਘ ਕਹੇ ਹਮ ਤੁਮ ਕਿਆ ਗੱਲ। ਤੇ ਬਾਬਾ ਬੋਤਾ ਸਿੰਘ ਕਹਿੰਦੇ ਨਦਾਨ ਜੀਆਂ ਗੱਲਾਂ ਨਾ ਕਰ, ਤੇਰੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਕਹੇ ਕਰੇ ਕਚਹਿਰੀ ਅੱਗੇ ਸੋ ਚੱਲ। ਹੁਣ ਆ ਝੂਠੀਆਂ ਕਚਹਿਰੀਆਂ 'ਚ ਨਹੀਂ, ਉਹ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਸੱਚੀ ਕਚਹਿਰੀ ਵਿੱਚ ਜਾ ਕੇ ਤੇਰੇ ਨਾਲ ਤੇ ਤੇਰੇ ਵੱਡੇ ਨਵਾਬ ਨਾਲ ਗੱਲ ਉੱਥੇ ਕਚਹਿਰੀ ਵਿੱਚ ਕਰਾਂਗੇ, ਪਰ ਪ੍ਰਮਾਤਮਾ ਦੀ ਕਚਹਿਰੀ ਵਿੱਚ ਕਰਾਂਗੇ, ਝੂਠੀਆਂ ਕਚਹਿਰੀਆਂ ਵਿੱਚ ਨਹੀਂ। ਹਮ ਤੋ ਅਬ ਸ਼ਸਤਰਨ ਨੂੰ ਮੇਲ। ਹੁਣ ਤਾਂ ਅਸੀਂ ਕੇਵਲ ਤੇ ਕੇਵਲ ਸ਼ਸਤਰਾਂ ਦਾ ਸ਼ਸਤਰਾਂ ਨਾਲ ਮਿਲਾਪ ਕਰਾਵਾਂਗੇ। ਇੱਕ ਪਾਸੇ ਤੁਹਾਡੇ ਹਥਿਆਰ ਹੋਣਗੇ, ਇੱਕ ਪਾਸੇ ਸਾਡੇ ਸ਼ਸਤਰ ਹੋਣਗੇ। ਹੁਣ ਦੋਵਾਂ ਦਾ ਆਪਸ ਵਿੱਚ ਟਾਕਰਾ ਹੋਵੇਗਾ। ਸੋਟੇ ਢੀਮ ਮਲਾਵੇ ਸੇਲ। ਆ ਸੋਟਿਆਂ ਦੇ ਨਾਲ ਤੁਹਾਡੇ ਵੱਡੇ ਵੱਡੇ ਸਿਪਾਹੀਆਂ ਨੂੰ ਢਹਿ ਢੇਰੀ ਕਰ ਦਿਆਂਗੇ। ਦੋਰਾ ਹਮ ਆਵਤ ਹੈ ਪਾਸ ਤੁਮ ਕਿਹੋ ਨਾ ਖਬਰ ਹਮ ਕੀਨ। ਬਾਬਾ ਬੋਤਾ ਸਿੰਘ ਕਹਿੰਦੇ ਆ ਮੇਰਾ ਵਾਰ ਸੰਭਾਲ, ਫੌਜਦਾਰ ਆ ਮੈਂ ਤੇਰੇ ਵੱਲ ਆ ਰਿਹਾ, ਫਿਰ ਨਾ ਕਹੀਂ ਵੀ ਗੁਰੂ ਕੇ ਸਿੱਖ ਨੇ ਸਲੋਤਰ ਚਲਾਉਣ ਤੋਂ ਪਹਿਲਾਂ ਦੱਸਿਆ ਨਹੀਂ। ਦੌੜ ਕਰੀ ਤਿੰਨ ਸ਼ੇਰ ਜਿਉ ਖੜੋ ਤਹਾਂ ਜਾਲੀਨ। ਕਹਿੰਦੇ ਜਿਵੇਂ ਸ਼ੇਰ ਖਾਲਸਾ ਜੀ ਭੱਜ ਕੇ ਝਪਟਾ ਮਾਰਦਾ ਨਾ, ਕਹਿੰਦੇ ਇਸ ਤਰ੍ਹਾਂ ਬਾਬਾ ਬੋਤਾ ਸਿੰਘ ਸਾਹਿਬ ਜੀ ਕਹਿੰਦੇ ਇੱਕੋ ਦਮ ਦੌੜ ਕੇ ਕਹਿੰਦੇ ਫੌਜਦਾਰ ਦੇ ਘੋੜੇ ਕੋਲ ਜਾ ਕੇ ਛਲਾਂਗ ਮਾਰੀ ਤੇ ਕਹਿੰਦੇ ਝਪਟਾ ਮਾਰਿਆ। ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾ ਕੇ ਬਾਬੇ ਬੋਤਾ ਸਿੰਘ ਨੇ ਸਭ ਤੋਂ ਪਹਿਲਾਂ ਸਲੋਤਰ ਕਹਿੰਦੇ ਉਸ ਵੱਡੇ ਫੌਜਦਾਰ ਦੀ ਗਿੱਚੀ ਵਿੱਚ ਜਾ ਕੇ ਵਗਾਇਆ। ਇਸ ਤਰ੍ਹਾਂ ਖਾਲਸਾ ਜੀ ਉੱਥੇ ਹੁਣ ਫਿਰ ਜੰਗ ਸ਼ੁਰੂ ਹੋਣਾ। ਉਧਰੋਂ 10,000 ਚੜ ਕੇ ਆਏ ਆ ਤੇ ਇਧਰੋਂ 2 ਗੁਰੂ ਕੇ ਸਿੱਖ ਆ। ਉਹਨਾਂ ਕੋਲ ਬੰਦੂਕਾਂ ਨੇ, ਉਹਨਾਂ ਕੋਲ ਤੋਪਾਂ ਨੇ, ਉਹਨਾਂ ਕੋਲ ਤਲਵਾਰਾਂ ਨੇ, ਉਹਨਾਂ ਕੋਲ ਹਥਿਆਰ ਨੇ, ਤੇ ਇੱਧਰ ਗੁਰੂ ਕੇ ਸਿੱਖਾਂ ਕੋਲ ਕੇਵਲ 2 ਮੋٹے-ਮੋٹے ਸਲੋਤਰ ਤੇ ਬਰਛੇ। ਤੇ ਵੇਖੋ ਵੀ ਕਿੱਡੀ ਚੜ੍ਹਦੀ ਕਲਾ, ਕਿੱਡਾ ਜਜ਼ਬਾ ਵੀ ਉਹਨਾਂ ਦੀ ਬੰਦੂਕਾਂ ਤੋਪਾਂ ਦਾ ਮੁਕਾਬਲਾ ਗੁਰੂ ਕੇ ਲਾਲ ਆਪਣੇ ਸਲੋਤਰਾਂ ਨਾਲ ਕਰਦੇ ਆ। ਅਸਲ ਵਿੱਚ ਜਿੱਤ ਉਦੋਂ ਹੁੰਦੀ ਹੈ ਜਦੋਂ ਹੌਸਲੇ ਬੁਲੰਦ ਹੋਣ। ਸਾਹਮਣੇ ਭਾਵੇਂ ਵੱਡੀ ਤੋਪ ਹੋਵੇ, ਜੇ ਹੌਸਲਾ ਨਾ ਹੋਵੇ ਬੰਦਾ ਚਲਾ ਨਹੀਂ ਸਕਦਾ। ਤੇ ਹੱਥ ਵਿੱਚ ਸੋਟਾ ਹੀ ਹੋਵੇ ਨਾ ਤੇ ਖਾਲਸਾ ਜੀ ਹੌਸਲਾ ਬੁਲੰਦ ਹੋਵੇ ਤੇ ਗੁਰੂ ਦੀ ਕਿਰਪਾ ਹੋਵੇ, ਸਾਹਮਣੇ ਭਾਵੇਂ 10 ਲੱਖ ਵੀ ਚੜ ਕੇ ਆ ਜਾਵੇ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀ ਤਰ੍ਹਾਂ ਲੱਖ ਤੋਂ ਵੀ ਵੱਧ ਨੂੰ ਖਤਮ ਕਰ ਸਕਦਾ ਕੇਵਲ ਸਲੋਤਰ ਦੇ ਨਾਲ। ਪਰ ਇਹ ਕਿਰਪਾ ਰਹਿਮਤ ਤਾਂ ਹੁੰਦੀ ਹੈ ਜੇ ਬਾਣੀ ਪੜਾਂਗੇ ਤੇ ਸਿਮਰਨ ਦੇ ਅਭਿਆਸੀ ਹੋਵਾਂਗੇ। ਕਿਵੇਂ ਹੁਣ ਜੰਗ ਸ਼ੁਰੂ ਹੋਵੇਗੀ ਉਹ ਆਪਾਂ ਕੱਲ ਸਰਵਣ ਕਰਾਂਗੇ। ਅਰਦਾਸ ਕਰਨੀ ਐਸੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਸੁਣ ਕੇ ਆਪਾਂ ਆਪਣੇ ਜੀਵਨ ਵਿੱਚ ਵੀ ਕ੍ਰਾਂਤੀ ਲਿਆਈਏ ਤੇ ਬਾਣੀ ਬਾਣੇ ਨੂੰ ਆਪਣੇ ਘਰ ਵਿੱਚ ਲਿਆ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਖਾਲਸਾ ਪੰਥ ਦੇ ਪ੍ਰਚਾਰ ਨੂੰ ਹੋਰ ਥੋੜਾ ਜਿਹਾ ਤੇਜ਼ ਕਰੀਏ। ਆਓ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ। हे ਅਚੁੱਤ हे ਪਾਰ ਬ੍ਰਹਮ ਅਬਨਾਸੀ ਅਗਨਾਸ, हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣ ਤਾਸ, हे ਸੰਗੀ हे ਨਿਰੰਕਾਰ, हे निर्गुण सब टेक, हे गोबिंद हे गुण निदान जाकै सदा, हे अपरंपर हर हरे है पी होवन हार, हे संत के सदा संग हे ठाकुर हो दासरो मैं निर्गुण गुण नहीं, नानक दीजै नाम दान राखो हियै,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ